ਅਖਾੜਾ 2022 ਦੇ ਵਿੱਚ ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਅਖਾੜਾ 2022 ਦਾ ਮਤਲਬ ਇਹ ਹੈ ਕਿ ਅਖਾੜਾ ਪੱਕ ਚੁੱਕਿਆ ਹੈ। ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਸਿਆਸੀ ਚੋਣ ਜਿਹੜੀ ਹੈ, ਸਿਆਸੀ ਪਿੜ ਜਿਹੜਾ ਹੈ ਉਹ ਪਖਾ ਦਿੱਤਾ ਹੈ ਆਪਣੀਆਂ ਸਰਗਰਮੀਆਂ ਦੇ ਨਾਲ, ਆਪਣੀਆਂ ਗਤੀਵਿਧੀਆਂ ਦੇ ਨਾਲ। ਹਰ ਪਾਰਟੀ ਆਪਣੀਆਂ ਪਾਲਿਸੀਜ਼, ਆਪਣੇ ਏਜੰਡੇ ਲੈ ਕੇ ਲੋਕਾਂ 'ਚ ਪਹੁੰਚਣੀ ਸ਼ੁਰੂ ਹੋ ਗਈ ਹੈ ਔਰ ਲੋਕਾਂ ਦੇ ਸਾਹਮਣੇ ਨਿਤ ਨਵੀਆਂ ਸਕੀਮਾਂ, ਉਹਨਾਂ ਦੇ ਲਈ ਨਿਤ ਨਵੇਂ ਐਲਾਨ ਦੇਖਣ ਸੁਣਨ ਨੂੰ ਮਿਲ ਰਹੇ ਨੇ। ਇਸ ਸਭ ਦਾ ਸਿੱਟਾ ਕੀ ਹੈ, ਕਿਸ ਤਰੀਕੇ ਨਾਲ ਸਿਆਸੀ ਪਾਰਟੀਆਂ ਅੱਗੇ ਵਧ ਰਹੀਆਂ ਨੇ ਔਰ ਪੰਜਾਬ ਦੀ ਜਿਹੜੀ ਸਿਆਸਤ ਹੈ ਹੁਣ 2022 ਦੀ, ਉਹ ਕਿਸ ਰਾਹ ਤੋਂ ਹੋ ਕੇ ਨਿਕਲੇਗੀ। ਲੋਕ ਕਿਸ ਤਰੀਕੇ ਨਾਲ ਆਪਣੀ ਜਿਹੜੀ ਨਵੀਂ ਸਰਕਾਰ ਹੈ ਉਸ ਦੀ ਚੋਣ ਕਰਨਗੇ, ਉਸ ਨੂੰ ਸਿਲੈਕਟ ਕਰਨਗੇ ਔਰ ਕਿਹੜੇ ਮੁੱਦੇ ਜਿਹੜੇ ਇਸ ਅਖਾੜੇ ਦੇ ਵਿੱਚ ਹਾਵੀ ਰਹਿਣਗੇ। ਇਸ ਸਭ ਤੇ ਲਗਾਤਾਰ ਨਿਊਜ਼ 18 ਤੇ ਮਹਾ ਕਵਰੇਜ ਜਾਰੀ ਹੈ। ਅਖਾੜਾ 2022 ਦੇ ਵਿੱਚ ਤਿੰਨ ਮਹਿਮਾਨ ਸਾਡੇ ਨਾਲ ਇੱਕ ਵਾਰੀ ਫਿਰ ਜੁੜੇ ਨੇ, ਚਰਚਾ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਤੋਂ ਪਵਨ ਕੁਮਾਰ ਟੀਨੂ ਜੀ ਸਾਡੇ ਨਾਲ ਜੁੜੇ ਨੇ, ਬੀਜੇਪੀ ਤੋਂ ਹਰਜੀਤ ਸਿੰਘ ਗਰੇਵਾਲ ਸਾਹਿਬ ਸਾਡੇ ਨਾਲ ਜੁੜੇ ਨੇ ਔਰ ਜੈ ਕਿਸ਼ਨ ਰੋੜੀ ਜੀ ਆਮ ਆਦਮੀ ਪਾਰਟੀ ਤੋਂ ਜੁੜੇ ਨੇ। ਬਹੁਤ ਸਵਾਗਤ ਹੈ ਜੀ ਤਿੰਨਾਂ ਮਹਿਮਾਨਾਂ ਦਾ। ਇੱਕ ਕਰਕੇ ਮੈਂ ਸਾਰਿਆਂ ਦੇ ਵਿਊ ਪੁਆਇੰਟ ਤੁਹਾਡੇ ਤੋਂ ਪਹਿਲਾਂ ਟੀਨੂ ਸਾਹਿਬ ਸ਼ੁਰੂ ਕਰੂੰਗਾ ਕਿ ਅੱਜ ਹੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਜਿਹੜਾ ਹੈ ਆਪਣੀ ਲਹਿਰ ਸ਼ੁਰੂ ਕੀਤੀ ਹੈ, ਜਾਂ ਦੌਰਾ ਸੁਖਬੀਰ ਬਾਦਲ ਹੋਰਾਂ ਨੇ 100 ਦਿਨ ਦਾ। ਪਰ ਜ਼ਿਆਦਾ ਚਰਚਾ ਅਸੀਂ ਕੱਲ ਤੋਂ ਜਿੰਨੀਆਂ ਵੀ ਡਿਬੇਟਸ ਕੀਤੀਆਂ ਨੇ ਜਾਂ ਜਿੰਨੀ ਵੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ, ਹਰ ਬੰਦਾ ਇਹ ਕਹਿੰਦਾ ਕਿ ਜਦੋਂ ਲੋਕਾਂ ਦੇ ਵਿੱਚ ਜਾਣਾ, ਪਹਿਲੀ ਗੱਲ ਤੇ ਜਾਣਾ ਬੜਾ ਜ਼ਰੂਰੀ ਹੈ। ਜਵਾਬਦੇਹੀ ਅੱਜ ਕੱਲ ਹਰੇਕ ਬੰਦੇ ਦੀ ਜਿਹੜੀ ਹੈ ਉਹ ਤੈਅ ਹੋਣੀ ਚਾਹੀਦੀ ਹੈ ਔਰ ਲੋਕ 10 ਸਾਲਾਂ ਦਾ ਹਿਸਾਬ ਕਿਤਾਬ ਤੁਹਾਡੇ ਤੋਂ ਪੁੱਛਣਗੇ ਜਦੋਂ ਤੁਸੀਂ ਹੁਣ ਲੋਕਾਂ ਦੇ ਵਿੱਚ ਜਾਓਗੇ। ਵਿਜੇਪਾਲ ਜੀ, ਗੱਲ ਇਹ ਆ ਵੀ 10 ਸਾਲ ਦਾ ਜੇ ਮੇਰੇ ਨਾਲ ਤੁਸੀਂ ਹਿਸਾਬ ਕਰੋ ਤੇ ਤੁਹਾਡੇ 40-45 ਮਿੰਟ 'ਚ ਨਹੀਂ ਹੋਣਾ। ਮੈਂ ਬਹੁਤ ਸਾਰੀਆਂ ਪ੍ਰਾਪਤੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀਆਂ ਗਿਣਾ ਸਕਦਾ ਹਾਂ, ਚਾਹੇ ਉਹ ਐਜੂਕੇਸ਼ਨ ਦੇ ਲੈਵਲ ਤੇ ਹੋਵੇ, ਚਾਹੇ ਉਹ ਵਿਰਾਸਤੇ ਖਾਲਸਾ ਜਾਂ ਯਾਦਗਾਰਾਂ ਬਣਾਈਆਂ, ਜਾਂ ਬਿਜਲੀ ਸਰਪਲਸ ਕੀਤੀ, ਜਾਂ ਅਸੀਂ ਸੜਕਾਂ ਬਣਾਈਆਂ, ਪਿੰਡਾਂ ਦੀ ਡਿਵੈਲਪਮੈਂਟ ਹੋਈ, ਜਾਂ ਸੇਵਾ ਕੇਂਦਰ ਬਣਾਏ, ਲੋਕਾਂ ਨੂੰ ਸਰਕਾਰੀ ਸੇਵਾਵਾਂ ਦੇ ਲਾਗੇ ਕਰਨ ਵਾਸਤੇ, ਕਰਪਸ਼ਨ ਖਤਮ ਕਰਨ ਵਾਸਤੇ ਅਸੀਂ ਕੰਪਿਊਟਰਾਈਜ਼ ਕੀਤੇ ਮਹਿਕਮੇ, ਨੌਕਰੀਆਂ ਦਿੱਤੀਆਂ 2,37,000 ਪਿਛਲੇ 10 ਸਾਲ 'ਚ। ਅਸੀਂ ਲੋਕਾਂ ਨੂੰ ਟਿਊਬਵੈੱਲ ਕਨੈਕਸ਼ਨ ਦਿੱਤੇ, ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ, ਗਰੀਬਾਂ ਨੂੰ 200 ਯੂਨਿਟ ਬਿਜਲੀ ਦਿੱਤੀ। ਅਸੀਂ ਅਨੇਕਾਂ ਕੰਮ ਆ, ਜੇ ਤੁਸੀਂ ਮੇਰੇ ਨਾਲ ਹੀ ਇਕੱਲੇ ਨਾਲ ਗੱਲ ਕਰ ਲਓ ਮੈਂ ਤੁਹਾਨੂੰ ਦੱਸ ਦੂੰਗਾ ਕਿੰਨੀਆਂ ਪ੍ਰਾਪਤੀਆਂ ਨਹੀਂ। ਚਲੋ ਤੁਸੀਂ ਮੋਟੇ ਤੌਰ ਤੇ ਤਾਂ ਗਣਾਈ ਦਿੱਤੀ। ਜਿੰਨੀ ਰਿਕਰੂਟਮੈਂਟ ਆ ਸਾਰੀ ਅਸੀਂ ਕਰਕੇ ਗਏ ਆ ਔਰ ਜਿੰਨੇ ਨਵੇਂ ਕਾਲਜ ਬਣੇ ਆ, ਕਾਲਜਾਂ 'ਚ ਜਿਹੜੇ ਨਵੇਂ ਕਾਲਜ ਬਣਾਏ ਅਸੀਂ ਬਣਾ ਕੇ ਗਏ ਆ। ਅੱਜ ਇੱਕ ਵੀ ਨਵਾਂ ਕਾਲਜ ਨਹੀਂ ਬਣਿਆ, ਜਦ ਕਿ ਕਾਂਗਰਸ ਕਹਿੰਦੀ ਸੀ ਕਿ ਅਸੀਂ ਹਰ ਸਬ ਡਿਵੀਜ਼ਨ ਤੇ ਨਵਾਂ ਡਿਗਰੀ ਕਾਲਜ ਬਣਾਵਾਂਗੇ। ਇੱਕ ਵੀ ਹੁਣ ਤੱਕ 4.5 ਸਾਲ 'ਚ ਕੰਪਲੀਟ ਨਹੀਂ ਹੋਇਆ, ਇਹਨਾਂ ਦਾ ਬਣ ਨਹੀਂ ਸਕਿਆ ਕੋਈ ਵੀ। ਸੋ ਪੜ੍ਹਾਈ ਮਹਿੰਗੀ ਹੋਈ, ਘਪਲੇ ਹੋਏ, ਗਬਨ ਹੋਏ, ਬੱਚਿਆਂ ਤੋਂ ਪੜ੍ਹਾਈ ਖੋਈ ਗਈ ਹੈ ਸਰਕਾਰ 'ਚ। ਤੁਹਾਡੇ ਸਾਹਮਣੇ ਜੋ ਕੁਝ ਹੋ ਰਿਹਾ, ਕਰਪਸ਼ਨ ਦਾ ਰਾਜ ਹੈ ਇਸ ਵੇਲੇ। ਸੋ ਇਸ ਕਰਕੇ ਹੁਣ ਲੋਕ 10 ਸਾਲ ਨੂੰ ਯਾਦ ਕਰ ਰਹੇ। ਅਕਾਲੀ ਦਲ ਆਪਣੀਆਂ ਉਪਲਬਧੀਆਂ ਦੇ ਸਿਰ ਤੇ ਅੱਗੇ ਜਾਣਾ ਚਾਹੁੰਦਾ ਜਾਂ ਦੂਜਿਆਂ ਦੀਆਂ ਨਾਕਾਮੀਆਂ ਤੇ ਅੱਗੇ ਜਾਣਾ ਚਾਹੁੰਦਾ? ਦੇਖੋ, ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਜਿਹਦੇ ਉੱਤੇ ਲੋਕ ਵਿਸ਼ਵਾਸ ਕਰਦੇ ਆ, ਜਿਹਦਾ ਇੱਕ ਇਤਿਹਾਸ ਆ, ਟਰੈਕ ਰਿਕਾਰਡ ਆ ਔਰ ਆਪਣੀ ਪਾਰਟੀ ਆ, ਘਰੇਲੂ ਪਾਰਟੀ ਆ। ਅਕਾਲੀ ਦਲ ਨੇ ਪਹਿਲਾਂ ਵੀ ਕੰਮ ਕਰਕੇ ਦਿਖਾਇਆ ਔਰ ਲੋਕਾਂ ਨੇ ਵਿਸ਼ਵਾਸ ਕੀਤਾ। ਇਸੇ ਕਰਕੇ ਜਿਹੜੇ ਅਕਾਲੀਆਂ ਨੂੰ ਕਹਿੰਦੇ ਸੀ ਇਹ 2.5 ਸਾਲ ਤੋਂ ਵੱਧ ਨਹੀਂ ਚੱਲਦੇ, ਉਸ ਅਕਾਲੀ ਦਲ ਨੇ 10 ਸਾਲ ਲਗਾਤਾਰ ਸਰਕਾਰ ਚਲਾ ਕੇ ਦਿਖਾਈ। ਠੀਕ ਹੈ, 10 ਸਾਲ ਬਾਅਦ ਐਂਟੀ ਇਨਕੰਬੈਂਸੀ ਹੋ ਗਈ ਤੇ ਦੂਜੀਆਂ ਪਾਰਟੀਆਂ ਇੱਕ ਪਾਸੇ ਹੋ ਗਈਆਂ, ਉਹਨਾਂ ਨੂੰ ਟਾਰਗੇਟ ਹੀ ਸਾਨੂੰ ਕਰਦੀਆਂ ਸੀ ਉਸ ਵੇਲੇ, ਕਿਉਂਕਿ ਅਸੀਂ 10 ਸਾਲ ਦੀ ਪਾਵਰ 'ਚ ਸੀ। ਚਲੋ ਅਸੀਂ ਹਾਰ ਗਏ, ਕਾਂਗਰਸ ਪਾਰਟੀ ਸੱਤਾ 'ਚ ਆ ਗਈ। ਅੱਜ ਹਿਸਾਬ ਜਿਹੜਾ ਸਾਡੇ ਕੋਲ ਤਾਂ ਤੁਸੀਂ ਲੈ ਲਿਆ 2017 'ਚ 10 ਸਾਲ ਦਾ ਹਿਸਾਬ, ਲੇਕਿਨ ਅੱਜ ਲੋਕ ਤੁਹਾਡੇ ਕੋਲੋਂ ਵੀ, ਕਾਂਗਰਸ ਪਾਰਟੀ ਕੋਲੋਂ ਵੀ ਪਿਛਲੇ ਪੌਣੇ 5 ਸਾਲ ਦਾ ਹਿਸਾਬ ਪੁੱਛ ਰਹੇ ਆ। ਅਸੀਂ ਦੇਤਾ ਹਿਸਾਬ, ਅਸੀਂ ਗਾਂ ਵੀ ਕੰਮ ਕਰਕੇ ਦਿਖਾਵਾਂਗੇ। ਚਲੋ ਅੱਜ ਕਾਂਗਰਸ ਪਾਰਟੀ ਕੋਲੋਂ ਅਸੀਂ ਹਿਸਾਬ ਪੁੱਛਦੇ ਹਾਂ ਪੌਣੇ 5 ਸਾਲ ਦਾ। ਚਲੋ ਸਾਡੀ ਕੋਸ਼ਿਸ਼ ਸੀ ਕਾਂਗਰਸ ਪਾਰਟੀ ਦੇ ਗੈਸਟ ਆਉਂਦੇ ਪਰ ਉਹ ਪਹੁੰਚੇ ਨਹੀਂ। ਗਰੇਵਾਲ ਸਾਹਿਬ, ਤੁਸੀਂ ਆਪਾਂ ਇੱਥੋਂ ਹੀ ਗੱਲ ਅੱਗੇ ਵਧਾ ਲੈਂਦੇ ਆ। ਪਲੱਸ ਮੈਂ ਚਾਹੂੰਗਾ ਕਿ ਆਪਣੀ ਪਾਰਟੀ ਦਾ ਵੀ ਜਿਹੜਾ ਏਜੰਡਾ ਹੈ, ਕਿਉਂਕਿ ਗੱਲ ਕਈ ਵਾਰੀ ਇੱਕ ਦੂਜੇ ਨੂੰ ਨਿੰਦਣ ਤੱਕ ਹੀ ਰਹਿ ਜਾਂਦੀ ਹੈ, ਸੋ ਨਿੰਦਣ ਤੱਕ ਨਾ ਰਵੇ। ਹਰ ਪਾਰਟੀ ਦਾ ਆਪਣਾ ਇੱਕ ਵਿਜ਼ਨ, ਇੱਕ ਉਹਨਾਂ ਦਾ ਏਜੰਡਾ, ਇੱਕ ਉਹਨਾਂ ਦਾ ਵਿਊ ਪੁਆਇੰਟ। ਸੋ ਬੀਜੇਪੀ ਦੇ ਸਾਹਮਣੇ ਆਪਣੀ ਤਰ੍ਹਾਂ ਦੇ ਵੱਖਰੇ ਚੈਲੰਜ ਨੇ। ਕਿਸਾਨ ਅੰਦੋਲਨ ਦੀ ਗੱਲ ਕਰਾਂ ਜਾਂ ਮੈਂ ਹੋਰ ਵੀ ਪਿਛਲੇ ਟਾਈਮ 'ਚ, ਕਿਉਂਕਿ ਹੁਣ ਤੁਹਾਡੀ ਇੱਕ ਵੱਖਰੀ ਸਿਆਸਤ, ਬੀਜੇਪੀ ਪਹਿਲੀ ਵਾਰੀ ਪਿਛਲੇ ਲੰਮੇ ਸਮੇਂ ਦੇ ਵਿੱਚ ਪਹਿਲੀ ਵਾਰੀ ਹੁਣ ਇਕੱਲੇ ਤੌਰ ਤੇ ਉਤਰੂਗੀ। ਸੋ ਕਿਸ ਲਿਹਾਜ਼ ਨਾਲ ਦੇਖ ਰਹੇ ਹੋ ਅਖਾੜੇ ਨੂੰ?
ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਬੀਜੇਪੀ ਦਾ ਕੰਮ ਕਰਨ ਦਾ ਆਪਣਾ ਤਰੀਕਾ, ਆਪਣਾ ਸਾਡਾ ਸੰਗਠਨ ਆ, ਆਪਣਾ ਵਿਚਾਰ ਆ, ਉਹਨੂੰ ਲੈ ਕੇ ਅਸੀਂ ਚੱਲਦੇ ਹਾਂ। ਅਸੀਂ ਇੱਕ ਤਾਂ ਜਿਹੜੇ ਝੂਠੇ ਵਾਅਦੇ ਆ ਉਹ ਨਹੀਂ ਕਰਦੇ। ਐਵੇਂ ਕਹਿ ਦਈਏ 3 ਰੁਪਏ ਬਿਜਲੀ ਦੇਵਾਂਗੇ, 5 ਰੁਪਏ ਦੇਵਾਂਗੇ, ਉਹ ਅੱਜ ਪੰਜਾਬ ਦੀ ਜਿਹੜੀ ਸਥਿਤੀ ਆ ਉਹ ਉਸ ਤਰ੍ਹਾਂ ਦੀ ਛੱਡੀ ਨਹੀਂ ਸਰਕਾਰਾਂ ਨੇ। ਔਰ ਜਿਨ੍ਹਾਂ ਨੇ ਵੀ ਲੰਬਾ ਸਮਾਂ ਰਾਜ ਕੀਤਾ ਔਰ ਹੁਣ ਵੀ ਪੰਜਾਬ 'ਚ ਕਰ ਰਹੇ ਆ, ਉਹਨਾਂ ਨੇ ਉਹ ਹਾਲਾਤ ਖਰਾਬ ਕੀਤੇ। ਅੱਜ ਬਦਕਿਸਮਤੀ ਪੰਜਾਬ ਦੀ ਇੱਕ ਹੋਰ ਆ ਬਹੁਤ ਬੜੀ ਵਿਜੇਪਾਲ ਜੀ, ਕਿ ਜਿਹੜੀ ਸੱਤਾ ਧਿਰ ਉਹ 2 ਕਾਂਗਰਸ ਹੋ ਗਈਆਂ ਪੰਜਾਬ 'ਚ। ਇੱਕ ਕਾਂਗਰਸ ਅਮਰਿੰਦਰ, ਇੱਕ ਕਾਂਗਰਸ ਆਈ ਇੰਦਰਾ, ਜਿਹਨੂੰ ਸਿੱਧੂ ਸਾਹਿਬ ਤੇ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਰਿਪਰੈਜ਼ੈਂਟ ਕਰਦੇ ਆ। ਔਰ ਉਹ ਦੋਨੋਂ ਹੀ ਕੁਰਸੀ ਦੀ ਲੜਾਈ ਲੜਦੇ ਆ। ਸਾਹਿਬ ਵੀ ਤੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ। ਨਹੀਂ, ਹੁਣ ਨਹੀਂ ਉਹ ਕਰਦੇ। ਹੁਣ ਤਾਂ ਸਿੱਧੂ ਸਾਹਿਬ ਦੇ ਬਿਆਨ ਦੇਖ ਲਓ ਕਿੱਦਾਂ ਦੇ ਆ ਰਹੇ ਆ, ਔਰ ਉਹਨਾਂ ਦੇ ਐਡਵਾਈਜ਼ਰ ਧੜ ਇਦਾਂ ਲੱਗ ਰਿਹਾ ਜਿੱਦਾਂ ਮੁੱਖ ਮੰਤਰੀ ਦੇ ਵੀ ਨਹੀਂ ਲੱਗੇ ਹੋਏ, ਉਹਨਾਂ ਤੋਂ ਵੀ ਜ਼ਿਆਦਾ ਹੋ ਜਾਣੇ ਆ। ਅੱਜ 2 ਮੀਡੀਆ ਐਡਵਾਈਜ਼ਰ ਵੀ ਲੱਗ ਗਏ। ਬਿਲਕੁਲ, ਉਹਦੀ ਵੀ ਵਧਾਈ, ਮੀਡੀਆ ਨੂੰ ਹੁਣ ਸੰਪਰਕ ਕਰਿਆ ਕਰਨਗੇ। ਤੇ ਇਸ ਕਰਕੇ ਇਹ ਜਿਹੜਾ ਕੰਮ ਸਾਰਾ ਹੋ ਰਿਹਾ, ਇਹ ਕੰਮ ਕੋਈ ਕੁਰਸੀ ਦੀ ਲੜਾਈ ਆ, ਕੋਈ ਪੰਜਾਬ ਦੀ ਲੜਾਈ ਨਹੀਂ, ਪੰਜਾਬੀਆਂ ਦੀ ਲੜਾਈ ਨਹੀਂ ਹੈ। ਔਰ ਪਹਿਲੀ ਗੱਲ ਇਹ ਆ ਕਿ ਇਹ ਪੰਜਾਬ ਦੀ ਲੜਾਈ ਹੋਣੀ ਚਾਹੀਦੀ ਹੈ ਇਸ ਵੇਲੇ। ਉਹਨਾਂ ਨੇ ਤਾਂ ਵਾਅਦਾ ਕੋਈ ਪੂਰਾ ਕੀਤਾ ਨਹੀਂ ਹੈ। ਅੱਛਾ, ਬਾਕੀ 2 ਪਾਰਟੀਆਂ ਪੰਜਾਬ ਦੇ ਅੰਦਰ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ, ਦੋਨੋਂ ਹੀ ਪਹਿਲਾਂ ਪਰਖੀਆਂ ਹੋਈਆਂ ਨੇ, ਲੋਕਾਂ ਨੇ ਦੇਖਿਆ। ਤੁਸੀਂ ਵੀ ਤਾਂ ਹਿੱਸੇਦਾਰ ਸੀ ਵਿੱਚ। ਨਹੀਂ, ਅਸੀਂ ਹਿੱਸੇਦਾਰ ਬਹੁਤ ਛੋਟੇ ਸੀ, ਸਾਡੀ ਕੋਈ 10 ਪਾਲਿਸੀ ਸਾਲ ਤੁਸੀਂ ਸਰਕਾਰ ਦੇ ਵਿੱਚ ਹਿੱਸੇਦਾਰ ਤਾਂ ਰਹੇ ਹੋ ਜੀ। ਅਸੀਂ ਉਹ ਦੇਖੋ, ਸਾਡੇ ਤੇ ਅਕਾਲੀ ਦਲ 'ਚ ਇੱਕ ਫਰਕ ਆ, ਅਸੀਂ ਕਿਸੇ ਜ਼ਿੰਮੇਵਾਰੀ ਤੋਂ ਨਹੀਂ ਭੱਜਦੇ। ਜੇ ਕੋਈ ਕੁਝ ਗਲਤ ਹੋਇਆ ਅਸੀਂ ਬਰਾਬਰ ਦੇ ਜ਼ਿੰਮੇਵਾਰੀ ਲੈਂਦੇ ਆ, ਅਕਾਲੀ ਦਲ ਨਹੀਂ ਲੈਂਦਾ। ਜਿਸ ਤਰ੍ਹਾਂ ਹੁਣ ਜੋ ਵੀ ਪਾਰਲੀਮੈਂਟ 'ਚ ਹੋਇਆ, ਤੇ ਉਸ ਵੇਲੇ ਜਦੋਂ ਜੋ ਕੁਝ ਹੋਇਆ, ਅੱਜ ਜੋ ਸਾਹਮਣੇ ਆ ਲੋਕਾਂ ਦੇ, ਉਹ ਸਾਡੇ ਨਾਲ ਹੀ ਲਿਆਂਦਾ ਸਾਰਾ ਕੁਝ। ਤੇ ਉਸ ਦੇ ਬਾਵਜੂਦ ਉਹਨਾਂ ਨੇ ਤਾਂ ਮਨਾ ਕਰਤਾ, ਅਸੀਂ ਨਹੀਂ ਮਨਾ ਕਰਦੇ ਇਦਾਂ, ਕਿਉਂਕਿ ਅਸੀਂ ਸਾਫ਼ ਸੁਥਰੇ ਤਰੀਕੇ ਨਾਲ ਗੱਲ ਕਰਨੀ ਆ ਔਰ ਲੋਕਾਂ ਦੇ ਸਾਹਮਣੇ ਸਾਫ਼ ਗੱਲ ਰੱਖਣੀ ਆ। ਹੁਣ 2 ਹੀ ਪਾਰਟੀਆਂ ਲੋਕਾਂ ਦੇ ਦੇਖਣ ਵਾਲੀਆਂ ਰਹਿ ਗਈਆਂ, ਇੱਕ ਆਮ ਆਦਮੀ ਪਾਰਟੀ ਹੈ, ਇੱਕ ਬੀਜੇਪੀ ਹੈ। ਤੇ ਇਸ ਕਰਕੇ ਅਸੀਂ ਆਪਣਾ ਏਜੰਡਾ ਲੈ ਕੇ ਜਾਣਾ ਪਹਿਲੀ ਵਾਰ ਪੰਜਾਬ ਦੇ ਅੰਦਰ, ਕਿ ਅਸੀਂ ਆ ਲੈ ਕੇ ਆਏ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਐਤਕੀ ਅਕਾਲੀ ਦਲ ਤੇ ਕਾਂਗਰਸ ਪਾਸੇ ਰਹਿਣਗੇ? ਨਹੀਂ, ਪਾਸੇ ਰਹਿਣ ਜਾਂ ਨਾ ਰਹਿਣ, ਸਾਡਾ ਜ਼ੋਰ ਇਹੀ ਹੋਊਗਾ ਕਿ ਪਾਸੇ ਰਹਿਣ, ਪਾਸੇ ਰੱਖੀਏ। ਦੇਖੋ ਹਰ ਪਾਰਟੀ ਕਰਦੀ ਆ, ਅਕਾਲੀ ਦਲ ਕਿਹੜਾ ਸਾਨੂੰ ਛੱਡੂਗਾ ਜਾਂ ਕਾਂਗਰਸ ਕਿਹੜਾ ਛੱਡੂਗੀ। ਅਸੀਂ ਲੋਕਾਂ ਦੇ ਵਿੱਚ ਜਾਣਾ, ਲੋਕਾਂ ਨੇ ਫੈਸਲਾ ਕਰਨਾ ਔਰ ਸ਼ਾਂਤਮਈ ਤਰੀਕੇ ਨਾਲ ਜਾਣਾ। ਔਰ ਪੰਜਾਬ ਦੇ ਅੰਦਰ ਜਿਹੜਾ ਇਸ ਵੇਲੇ ਲਾਅ ਐਂਡ ਆਰਡਰ ਦੀ ਬਹੁਤ ਬੜੀ ਪ੍ਰੋਬਲਮ ਆ, ਨਸ਼ਿਆਂ ਦੀ ਬਹੁਤ ਬੜੀ ਅੱਜ ਵੀ ਪ੍ਰੋਬਲਮ। ਚਲੋ ਆਪਾਂ ਇੱਕ ਇੱਕ ਕਰਕੇ ਡਿਟੇਲ 'ਚ ਆਵਾਂਗੇ। ਰੋੜੀ ਸਾਹਿਬ ਤੋਂ ਵੀ ਮੈਂ ਕਮੈਂਟ ਲਾ। ਰੋੜੀ ਸਾਹਿਬ, ਤੁਹਾਡੇ ਲਈ ਤੇ ਇਹ ਫਿਰ ਠੀਕ ਗੱਲ ਕਰ ਰਹੇ ਨੇ ਉਸ ਹਿਸਾਬ ਨਾਲ, ਗਰੇਵਾਲ ਸਾਹਿਬ ਠੀਕ ਪੁਆਇੰਟ ਤੋਂ ਵੀ ਇਹਨਾਂ 2 ਪਾਰਟੀਆਂ ਨੂੰ ਪਾਸੇ ਕਰਨਾ, ਤੇ ਆ 2 ਜਿਹੜੇ ਨਵੇਂ ਨੇ ਇਹਨਾਂ ਦੇ ਵਿਚਾਲੇ ਰਹੂਗੀ ਪੂਰੀ ਜਿਹੜੀ ਫੋਕਸ ਰਹੇਗਾ ਇਸ ਲੜਾਈ ਦਾ। ਦੇਖੋ, ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹਦਾ ਜਨਮ ਹਜੇ ਬਹੁਤ ਸਮਾਂ ਜਿਹੜਾ ਆ ਬਹੁਤਾ ਨਹੀਂ ਹੋਇਆ, ਥੋੜਾ ਟਾਈਮ ਹੀ ਹੋਇਆ ਜੀ। ਔਰ ਦੇਸ਼ ਦੀ ਰਾਜਧਾਨੀ ਦਿੱਲੀ ਆ, ਔਰ ਦਿੱਲੀ ਦੇ ਵਿੱਚ ਅਸੀਂ ਜਿਹੜੀ ਆ 3ਜੀ ਵਾਰ ਸਰਕਾਰ ਬਣਾਈ ਆ। ਸਾਡੀ ਪਾਰਟੀ ਦਾ ਇੱਕੋ ਹੀ ਕਹਿਣਾ ਆ ਕਿ ਜੇਕਰ ਜਿਹੜਾ ਸਾਡਾ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਕੋਈ ਵੀ ਪਾਰਟੀ ਉੱਠੇ ਤੇ ਲੋਕਾਂ ਨੂੰ ਲੋਕ ਭਾਣੇ ਜਿਹੜੇ ਆ ਮੁੱਦਿਆਂ ਦੇ ਉੱਤੇ ਪਹਿਲਾਂ ਉਹਨਾਂ ਨੂੰ ਵੋਟਾਂ ਦੇ ਲਾਲਚ ਦੇ ਵਿੱਚ ਝੂਠੇ ਵਾਅਦੇ ਕਰਦੇ ਤੇ ਬਾਅਦ ਵਿੱਚ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਪਿੱਛੇ ਹਟ ਜੇ। ਆਮ ਆਦਮੀ ਪਾਰਟੀ ਇੱਥੇ ਇਕੱਲੇ ਦਿੱਲੀ ਵਿੱਚ ਨਹੀਂ, ਹੁਣ ਤੁਸੀਂ ਦੇਖੋ ਕਿ ਗੁਜਰਾਤ ਆ, ਭਾਵੇਂ ਗੋਆ ਆ, ਭਾਵੇਂ ਉੱਤਰਾਖੰਡ ਆ, ਰਾਜਸਥਾਨ ਆ, ਨਾਲ ਪੰਜਾਬ ਆ, ਪੂਰੇ ਦੇਸ਼ ਦੇ ਵਿੱਚ ਵੱਧ ਰਹੀ ਆ। ਉਹਦਾ ਇੱਕੋ ਹੀ ਕਾਰਨ ਹੈ ਕਿ ਲੋਕਾਂ ਦਾ ਉਹਤੇ ਵਿਸ਼ਵਾਸ ਬਣ ਰਿਹਾ ਕਿ ਇਹ ਉਹ ਪਾਰਟੀ ਦੇ ਲੋਕ ਨੇ ਜੋ ਕਹਿੰਦੇ ਨੇ ਉਹ ਕਰਦੇ ਨੇ। ਕਿਉਂਕਿ ਸਾਡੇ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਇੱਕੋ ਗੱਲ ਕਹੀ ਸੀਗੀ, ਦਿੱਲੀ ਦੇ ਜਿਹੜਾ ਹੁਣ ਇਲੈਕਸ਼ਨ ਹੋਇਆ ਜਿਹਦੇ ਵਿੱਚੋਂ 70 ਦੇ ਵਿੱਚੋਂ ਫਿਰ 60 ਤੋਂ ਵੱਧ ਸੀਟਾਂ ਜਿਹੜੀਆਂ ਆਪਾਂ ਲੈ ਕੇ ਗਏ ਆ, ਉਹਦੇ ਵਿੱਚ ਕਿਹਾ ਕਿ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ, ਜੇ ਨਹੀਂ ਕੀਤਾ ਤਾਂ ਰਹਿਣ ਦਿਓ। ਇਹ ਨਹੀਂ ਕਿਹਾ ਕਿ 10 ਸਾਲ ਅਸੀਂ ਜਿਹੜਾ ਰਾਜ ਕੀਤਾ ਸੀ ਤੇ ਸਾਡੇ ਤੋਂ ਚੰਗੇ ਕੰਮ ਨਹੀਂ ਹੋਏ ਸੀ, ਸਾਨੂੰ ਤੁਸੀਂ ਘਰ ਬਿਠਾਤਾ ਸੀ, ਮੁੜ ਕੇ ਹੁਣ ਅਸੀਂ ਫਿਰ ਜਿਹੜੇ ਆ ਯਾਤਰਾ ਤੇ ਨਿਕਲੇ ਸਾਨੂੰ ਵੋਟ ਪਾ ਦਿਓ। ਨਹੀਂ, ਅਸੀਂ ਕਹਿੰਦੇ ਜੇਕਰ ਤੁਸੀਂ ਸਾਡੇ ਕੀਤੇ ਹੋਏ ਕੰਮ ਦੇਖੋ, ਜੇਕਰ ਉਹਨਾਂ ਕੰਮਾਂ ਵਿੱਚ ਕੋਈ ਤਰੁੱਟੀ ਤਾਂ ਸਾਨੂੰ ਰਹਿਣ ਦਿਓ। ਪੰਜਾਬ ਦੇ ਲੋਕਾਂ ਨੇ ਸਾਨੂੰ ਵਿਰੋਧੀ ਧਿਰ ਵਿੱਚ ਭੇਜਿਆ ਔਰ ਅਸੀਂ ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਤਨਦੇਹੀ ਦੇ ਨਾਲ, ਪੂਰੀ ਦਿਆਨਤਦਾਰੀ ਨਾਲ ਪੰਜਾਬ ਦੇ ਜਿਹੜੇ ਮੁੱਦੇ ਉਹ ਵਿਧਾਨ ਸਭਾ ਵਿੱਚ ਚੁੱਕੇ ਆ, ਸੜਕਾਂ ਤੇ ਚੁੱਕੇ ਆ ਔਰ ਲੋਕਾਂ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਹੱਦ ਦਾ ਨਾਰਾ ਮਾਰਿਆ ਆ। ਔਰ ਸਾਨੂੰ ਪੂਰਨ ਵਿਸ਼ਵਾਸ ਆ ਜਿਹੜੇ ਪੰਜਾਬ ਦੇ ਲੋਕਾਂ ਦਾ ਇਹ ਕਹਿਣਾ ਆ ਕਿ ਅਸੀਂ 75 ਸਾਲ ਤੋਂ ਵੋਟਾਂ ਪਾਉਂਦੇ ਆ ਰਹੇ ਆ ਔਰ ਵੱਖ-ਵੱਖ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਅਸੀਂ ਸੱਤਾ ਦਾ ਜਿਹੜਾ ਆ ਮੌਕਾ ਦਿੱਤਾ ਆ, ਪਰ ਜਿਹੜੀਆਂ ਉਹਨਾਂ ਦੀਆਂ ਮੁੱਢਲੀ ਲੋੜਾਂ ਨੇ ਉਹ ਭਾਵੇਂ ਦਵਾਈ ਦੀ ਆ, ਭਾਵੇਂ ਪੜ੍ਹਾਈ ਦੀ ਆ, ਭਾਵੇਂ ਰੁਜ਼ਗਾਰ ਦੀ ਆ, ਭਾਵੇਂ ਮੁਲਾਜ਼ਮਾਂ ਦੀਆਂ ਆ, ਵਿਦਿਆਰਥੀਆਂ ਦੀਆਂ ਆ, ਛੋਟੇ ਵਪਾਰੀਆਂ ਦੀਆਂ, ਮੱਧਮ ਵਰਗ ਦੀਆਂ ਜਿਹੜੀਆਂ ਦਿੱਕਤਾਂ ਆ, ਉਹ ਕਹਿੰਦੇ ਉਹ ਵਾਧਾ ਹੀ ਹੋਇਆ, ਉਹ ਚ ਘਾਟਾ ਨਹੀਂ ਹੋਇਆ। ਔਰ ਤੁਹਾਨੂੰ ਵੀ ਲੱਗਦਾ ਜਿਹੜੀ ਗੱਲ ਗਰੇਵਾਲ ਸਾਹਿਬ ਕਰ ਰਹੇ ਨੇ ਵੀ ਬੀਜੇਪੀ ਤੇ ਆਪ ਫੋਕਸ ਦੇ ਵਿੱਚ ਰਹੇਗੀ, ਕਾਂਗਰਸ ਤੇ ਅਕਾਲੀ ਦਲ ਨਹੀਂ ਰਹਿਣਗੀਆਂ? ਨਹੀਂ, ਮੈਂ ਇਹਨਾਂ ਦੇ ਕਿਸੇ ਗੱਲ ਨਾਲ ਕੋਈ ਨਹੀਂ ਕੁਝ ਗੱਲ ਕਹਿਣਾ ਚਾਹੁੰਦਾ ਕਿ ਕਿਹੜਾ ਫੋਕਸ ਨਹੀਂ, ਮੈਂ ਨਹੀਂ ਕਹਿਣਾ ਚਾਹੁੰਦਾ। ਆਪਾਂ ਤਾਂ ਇਹ ਕਹਿੰਦੇ ਆ ਕਿ ਲੋਕ ਉਹ ਪਰਖਣ
ਉਹ ਦੇਖਣ, ਉਹ ਕਿਉਂਕਿ ਸਾਰਿਆਂ ਦੇ ਕੋਲ ਇਕੱਲੀ ਸਰਕਾਰ ਦਾ ਕੀਤਾ ਹੋਇਆ ਕੰਮ ਆ, ਉਹਨਾਂ ਸਰਕਾਰਾਂ ਦੇ ਪਹਿਲਾਂ ਕੀਤੇ ਹੋਏ ਮੈਨੀਫੈਸਟੋ ਆ। ਜਿਹੜੇ ਪਾਰਟੀ ਨੇ ਅੱਜ ਤੱਕ ਮੈਨੀਫੈਸਟੋ ਦੇ ਉੱਪਰ ਖਰੇ ਉਤਰੇ ਆ ਤਾਂ ਉਹਨੂੰ ਵੋਟ ਪਾ ਦੇਣ। ਨਹੀਂ, ਪਰ ਉਹਦੇ ਪਿੱਛੇ ਰੋੜੀ ਸਾਹਿਬ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਟੀਨੂ ਜੀ ਵੀ ਐਗਰੀ ਹੋਣਗੇ, ਗਰੇਵਾਲ ਸਾਹਿਬ ਵੀ ਚਿਹਰਿਆਂ ਦੀ ਸਿਆਸਤ ਪੰਜਾਬ ਦੇ ਵਿੱਚ ਬਹੁਤ ਮੁੱਖ ਤੌਰ ਤੇ ਦੇਖੀ ਜਾਂਦੀ ਹੈ ਕਿ ਇਸ ਪਾਰਟੀ ਦੇ ਨਾਲ ਚਿਹਰੇ ਕਿਹੜੇ ਨੇ। ਵਾਰ-ਵਾਰ ਜ਼ਿਕਰ ਹੁੰਦਾ ਮੁੱਖ ਮੰਤਰੀ ਦੇ ਚਿਹਰੇ ਦਾ। ਬੀਜੇਪੀ ਕਹਿ ਚੁੱਕੀ ਹੈ ਅਸੀਂ ਦਲਿਤ ਸੀਐਮ ਬਣਾਵਾਂਗੇ, ਅਕਾਲੀ ਦਲ ਕਹਿ ਚੁੱਕਿਆ ਦਲਿਤ ਡਿਪਟੀ ਸੀਐਮ ਬਣਾਵਾਂਗੇ। ਆਮ ਆਦਮੀ ਪਾਰਟੀ ਵੱਲ ਸਾਰੇ ਦੇਖ ਰਹੇ ਆ ਕਿ ਤੁਸੀਂ ਆਪਣਾ ਉਮੀਦਵਾਰ ਕਦੋਂ ਉੱਤਰਾਖੰਡ 'ਚ ਐਲਾਨ ਤਾਂ ਪੰਜਾਬ ਦੇ ਵਿੱਚ ਨਹੀਂ ਐਲਾਨਿਆ, ਜਿੱਥੇ ਸਭ ਤੋਂ ਜ਼ਿਆਦਾ ਪਹਿਲਾਂ ਐਕਸਪੈਕਟ ਕੀਤਾ ਜਾ ਰਿਹਾ ਸੀ। ਦੇਖੋ, ਮੈਂ ਪਹਿਲਾਂ ਵੀ ਕਈ ਵਾਰ ਜਿਹੜਾ ਆ ਉਹ ਸਟੇਜਾਂ ਤੇ ਕਹਿ ਚੁੱਕਿਆ ਆ, ਚਿਹਰਿਆਂ ਨੂੰ ਗੱਲ ਕਰਦੇ ਆ। ਅਸੀਂ ਕਹਿੰਦੇ ਕਿ ਅਸੀਂ ਦੇਸ਼ ਦਾ ਆਪਣੇ ਦਾ ਜਿਹੜਾ ਪੰਜਾਬ ਦਾ ਉਹ ਰਾਜਾ ਚੁਣਨਾ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਚੁਣ ਲਿਆ, ਉਹ ਰਾਜੇ ਨੇ। ਫਿਰ ਅਸੀਂ ਉਹਨਾਂ ਤੋਂ ਕੰਮ ਭਾਲਦੇ ਹਾਂ ਨੌਕਰਾਂ ਵਾਲੇ ਕਿ ਸਾਡੇ ਕੰਮ ਕਰੋ। ਜੇ ਤਾਂ ਨੌਕਰ ਚੁਣਨਾ ਫਿਰ ਤਾਂ ਆਮ ਆਦਮੀ ਪਾਰਟੀ ਨੂੰ ਚੁਣ ਲੈਣ ਲੋਕ। ਜੇ ਰਾਜੇ ਚੁਣਨੇ ਆ ਉਹ ਤਾਂ ਫਿਰ ਬਾਰ-ਬਾਰ ਆਏ ਰਹੇ ਨੇ। ਕਿਉਂ ਟੀਨੂ ਜੀ? ਕਰੇ ਨੇ ਕੰਮ ਕਿਉਂਕਿ ਕਾਂਗਰਸ ਪਾਰਟੀ ਦਾ ਨੁਮਾਇੰਦਾ ਹੈ ਨਹੀਂ, ਇਸ ਕਰਕੇ ਮੈਂ ਚਾਹਣਾ ਵੀ ਫੋਕਸ ਜ਼ਿਆਦਾ ਆਪਸ ਦੇ ਵਿੱਚ ਹੀ ਰਵੇ। ਚਲੋ ਜੇ ਹੁੰਦੇ ਤਾਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਦੇਖੋ ਗੱਲ ਇਹ ਆ, ਆਮ ਆਦਮੀ ਪਾਰਟੀ ਦੇ ਬਾਰੇ ਚ ਹੁਣ ਸਾਰੇ ਦੇਸ਼ ਨੂੰ ਪਤਾ ਲੱਗ ਗਿਆ। ਇਹਨਾਂ ਦਾ ਪਰਦਾਫਾਸ਼ ਹੋ ਗਿਆ। ਪਹਿਲਾਂ ਜੋ ਇਹ ਕਹਿੰਦੇ ਸੀ, ਜੋ ਕੇਜਰੀਵਾਲ ਸਾਹਿਬ ਕਹਿੰਦੇ ਸੀ, ਮੈਂ ਸਿਆਸੀ ਪਾਰਟੀ ਨਹੀਂ ਬਣਾਉਂਗਾ, ਉਹ ਵੀ ਬਣਾ ਲਈ। ਮੈਂ ਕਾਂਗਰਸ ਨਾਲ ਸਮਝੌਤਾ ਨਹੀਂ ਕਰੂੰਗਾ, ਉਹ ਵੀ ਕਰ ਲਿਆ। ਮੈਂ ਸਰਕਾਰੀ ਕੋਠੀ, ਸਿਕਿਉਰਿਟੀ, ਚਲੋ ਇਹ ਸਾਰੇ ਕੰਮ ਹੋ ਗਏ। ਹੁਣ ਮਸਲਾ ਇਹ ਆ ਵੀ ਆਮ ਆਦਮੀ ਪਾਰਟੀ ਦੇ ਕੋਲ ਕੋਈ ਪਾਲਿਸੀ ਪ੍ਰੋਗਰਾਮ ਹੈ ਨਹੀਂ ਪੰਜਾਬ ਵਾਸਤੇ। ਆਮ ਆਦਮੀ ਪਾਰਟੀ ਦਿੱਲੀ ਦੀ ਪਾਰਟੀ ਆ, ਕਾਂਗਰਸ ਵੀ ਦਿੱਲੀ ਦੀ ਹੈ, ਬੀਜੇਪੀ ਵੀ ਦਿੱਲੀ ਦੀ, ਬੀਜੇਪੀ ਵੀ ਦਿੱਲੀ ਦੀ ਆ, ਕਾਂਗਰਸ ਵੀ ਦਿੱਲੀ ਦੀ ਆ। ਜਿਹਦੇ ਨਾਲ ਸਮਝੌਤਾ ਅੱਛਾ, ਬਸਪਾ ਮੈਂ ਦੱਸਦਾ, ਉਹਨੂੰ ਬਣਾਉਣ ਵਾਲੇ ਸਾਹਿਬ ਕਾਂਸ਼ੀ ਰਾਮ ਜੀ ਰੋਪੜ ਦੇ ਆ, ਪੰਜਾਬੀ ਆ। ਉਹ ਹੁਣ ਕਿੱਥੋਂ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਹੈ ਨਾ ਵੱਡੇ ਇਹਨਾਂ ਦੇ ਝੂਠ ਦੇ ਪਲੰਦੇ ਸੀ, ਉਹਦਾ ਪਰਦਾ ਖੁੱਲ ਗਿਆ। ਪਹਿਲਾਂ ਤਾਂ ਪੈਂਡੈਮਿਕ 'ਚ, ਮਹਾਮਾਰੀ 'ਚ, ਕਰੋਨਾ 'ਚ ਕਿੰਨੇ ਹਜ਼ਾਰਾਂ ਮਰੀਜ਼ ਪੰਜਾਬ 'ਚ ਆਏ, ਹਿਮਾਚਲ ਗਏ, ਹਰਿਆਣੇ ਦਾਖਲ ਹੋਏ ਜਾ ਕੇ, ਔਰ ਕਿੰਨਾ ਡੈਥ ਰੇਟ ਸੀ ਉੱਥੇ, ਕਿੰਨਾ ਫੈਲਿਆ ਕਰੋਨਾ। ਉੱਥੇ ਲੋਕਾਂ ਨੇ ਕਿਹਾ ਵੀ ਜੋ ਤੁਸੀਂ ਟੀਵੀ 'ਚ ਦੇਖ ਰਹੇ ਆ ਹਾਲਾਤ ਦਿੱਲੀ ਦੇ, ਉਹ ਨਹੀਂ ਹੈਗੇ, ਇਸ ਤੋਂ ਕਿਤੇ ਬੱਤਰ ਆ। ਸੋ ਜਿਹੜਾ ਪੈਸਾ ਦਵਾਈਆਂ ਤੇ ਲਾਉਣਾ ਚਾਹੀਦਾ ਸੀ, ਉਹ ਪੈਸਾ ਕੇਜਰੀਵਾਲ ਜੀ ਨੇ ਐਡਵਰਟਾਈਜ਼ਮੈਂਟ ਤੇ ਲਾਤਾ, ਇਸ਼ਤਿਹਾਰਬਾਜ਼ੀ ਤੇ ਲਾਤਾ। ਦਿੱਲੀ ਦੀ ਪਾਲਿਸੀ ਪੰਜਾਬ ਲਈ ਪਾਣੀਆਂ ਤੇ ਕੀ ਹੈ, ਉਹ ਆਪਾਂ ਨੂੰ ਦੇਖਣਾ ਪਏਗਾ। SYL ਤੇ ਕੀ ਇਹਨਾਂ ਦੀ ਪਾਲਿਸੀ ਆ। ਬਿਜਲੀ ਤੇ ਕਹਿੰਦੇ ਥਰਮਲ ਪਲਾਂਟ ਬੰਦ ਕਰ ਦਿਓ, ਕੀ ਕਰਾਂਗੇ ਫਿਰ ਆਪਾਂ। ਸੋ ਦੇਖੋ, ਪੰਜਾਬ ਨੂੰ ਤਾਂ ਪੰਜਾਬੀਆਂ ਨੂੰ ਲੜਾਈ ਲੜਨੀ ਪੈਣੀ ਆ। ਇਹਨਾਂ ਦਾ ਠੀਕ ਗੱਲ ਤੁਸੀਂ ਕਹੀ ਵੀ ਇਹਨਾਂ ਦਾ ਆਪਸੀ ਹੈਗਾ ਆ। ਅਸੀਂ ਤਾਂ ਦੇਖੋ ਦਿਹਾਤੀ ਜਿਹੇ ਬੰਦੇ ਆ ਪੰਜਾਬ ਦੇ, ਸਾਨੂੰ ਤਾਂ ਬਾਹਰਲੀ ਜ਼ਿਆਦੀ ਪੋਲਿਟਿਕਸ ਆਉਂਦੀ ਨਹੀਂ, ਸਾਨੂੰ ਜ਼ਿਆਦੀ ਬਾਹਰਲੀ ਪੋਲਿਟਿਕਸ ਆਉਂਦੀ ਨਹੀਂ। ਦੇਖੋ ਦਿੱਲੀ ਜਦੋਂ ਪਾਰਲੀਮੈਂਟ ਇਲੈਕਸ਼ਨ ਹੁੰਦੀ ਆ, ਬੀਜੇਪੀ ਜਿੱਤ ਜਾਂਦੀ ਸਾਰੀਆਂ ਸੀਟਾਂ। ਜਦੋਂ ਅਸੈਂਬਲੀ ਆਉਂਦੀ ਆ, ਉਹ ਸਾਰੀਆਂ ਇਹਨਾਂ ਨੂੰ ਜਿਤਾ ਦਿੰਦੇ ਆ। ਇਹ ਗੱਲ ਤੁਹਾਡੀ ਠੀਕ ਹੈ, ਇਹਨਾਂ ਦਾ ਆਪਸ ਵਿੱਚ ਬਹੁਤ ਤਾਲਮੇਲ ਆ। ਔਰ ਹੁਣ ਮੈਂ ਤਾਂ ਲੜਾਈ ਦੀ ਗੱਲ ਕੀਤੀ ਸੀ, ਮੈਂ ਤਾਲਮੇਲ ਦੀ ਗੱਲ ਹੀ ਨਹੀਂ ਕੀਤੀ। ਗਰੇਵਾਲ ਸਾਹਿਬ ਨੇ ਕਿਹਾ ਕਿ ਅਸੀਂ ਦੋਨੇ ਭਿੜਾਂਗੇ ਮੈਦਾਨ 'ਚ, ਦੋਨਾਂ ਨੂੰ ਤਾਂ ਪਾਸੇ ਕਰ ਦਿਆਂਗੇ। ਦੇਖੋ ਤੀਜੇ ਚੌਥੇ ਲਈ ਭਿੜਨਾ, ਜਿੱਦਾਂ ਮਰਜ਼ੀ ਭਿੜਨਾ। ਦੇਖੋ ਬੀਜੇਪੀ ਦਾ ਤਾਂ ਮੈਂ ਗੁੱਸਾ ਨਾ ਕਰਨ ਗਰੇਵਾਲ ਸਾਹਿਬ, ਇਹ ਕਹਿੰਦੇ ਵੀ ਅਸੀਂ ਅਕਾਲੀ ਦਲ ਉਹਨਾਂ ਨੇ ਇਹ ਵੀ ਗੱਲ ਕੀਤੀ ਵੀ ਤੁਸੀਂ ਔਨ ਨਹੀਂ ਕਰਦੇ। ਮੈਂ ਦੱਸਦਾ, ਇਹ ਕਹਿੰਦੇ ਜੋ ਜ਼ਿੰਮੇਵਾਰੀਆਂ ਸੀ ਸਾਂਝੀਆਂ ਸੀ, ਤੁਸੀਂ ਉਹਨੂੰ ਔਨ ਨਹੀਂ ਕਰਦੇ। ਅਕਾਲੀ ਦਲ ਦੀ ਸਰਕਾਰ 'ਚ ਕਹਿੰਦੇ ਅਸੀਂ ਤਾਂ ਛੋਟੇ ਜਿਹੇ ਪਾਰਟਨਰ ਸੀ। ਠੀਕ ਹੈ, ਮੈਂ ਕਹਿੰਦਾ ਹੁਣ ਤੁਸੀਂ ਇਕੱਲੇ ਲੜਨਾ ਆ। ਇਹ ਅਸੀਂ ਸੀ, ਅਕਾਲੀ ਦਲ ਸੀ ਜਿਹਨੇ ਤੁਹਾਨੂੰ ਸਿਰ ਤੇ ਬਿਠਾਇਆ ਸੀ, ਇੰਨੀਆਂ ਸੀਟਾਂ ਦੇ ਕਾਬਲ ਬਣਾਤਾ, ਪਾਰਲੀਮੈਂਟਾਂ ਦੇ, ਅਸੈਂਬਲੀਆਂ ਦੇ ਤੁਹਾਨੂੰ ਕਾਬਲ ਬਣਾਤਾ। ਨਹੀਂ ਤਾਂ 6ਵੇਂ ਨੰਬਰ ਦੀ ਪਾਰਟੀ ਸੀ ਪੰਜਾਬ 'ਚ ਭਾਰਤੀ ਜਨਤਾ ਪਾਰਟੀ। ਇਹ ਅਕਾਲੀ ਦਲ ਨਾਲ ਸਮਝੌਤੇ ਕਰਕੇ ਇੱਥੇ ਗਰੋਥ ਕਰਾ ਰਹੇ ਆ ਤੁਹਾਡੀਆਂ ਗੱਲਾਂ ਤੇ। ਉਹ ਹਾਂ, ਹੱਸਣਾ ਹੀ ਕਾਫੀ ਦੇਰ ਤੋਂ ਹੱਸ ਰਹੇ ਆ, ਕਿਉਂਕਿ ਟਾਈਮ ਹੀ ਨਾ ਕੋਈ ਹੱਸਣ ਦਾ। ਬੀਜੇਪੀ ਕੋ ਹੁਣ ਕੰਮ ਤਾਂ ਹੈ ਨਹੀਂ ਪੰਜਾਬ 'ਚ ਕੋਈ ਵੀ। ਸੋ ਇਸ ਕਰਕੇ ਬੀਜੇਪੀ ਦਾ, ਆਮ ਆਦਮੀ ਪਾਰਟੀ ਦਾ ਸਭ ਨੂੰ ਪਤਾ ਲੱਗ ਗਿਆ। ਕਾਂਗਰਸ ਦਾ ਪਰਦਾਫਾਸ਼ ਹੋ ਗਿਆ। ਪੌਣੇ 5 ਸਾਲ ਨਿਕਲ ਗਏ ਆ, ਕੁਝ ਨਹੀਂ ਹੋਇਆ, ਕੋਈ ਸੈਕਸ਼ਨ ਖੁਸ਼ ਨਹੀਂ, ਨਾ ਵਪਾਰੀ, ਨਾ ਦੁਕਾਨਦਾਰ, ਨਾ ਫਾਰਮਰ, ਨਾ ਸਟੂਡੈਂਟ ਤੇ ਨਾ ਮੁਲਾਜ਼ਮ। ਦੱਸੋ, ਜੇ ਕੋਈ ਖੁਸ਼ ਹੋਵੇ ਤਾਂ ਦੱਸ ਦਿਓ ਵੀ ਇੱਕ ਸੈਕਸ਼ਨ ਦੀ ਵੋਟ ਪੱਕੀ ਹੈ ਕਾਂਗਰਸ ਦੀ। ਹੁਣ ਆਪਸ 'ਚ ਉਹਨਾਂ ਦੀ ਲੜਾਈ ਆ। ਉਹਨਾਂ ਨੂੰ ਪਤਾ ਸਾਡੀ ਸਰਕਾਰ ਜਾ ਰਹੀ ਆ। ਨਵਜੋਤ ਸਿੱਧੂ ਨੂੰ ਉਹ ਠੋਕੋ ਤਾਲੀ ਨੂੰ ਬਣਾਉਣ ਦਾ ਮਤਲਬ ਹੀ ਇਹ ਆ ਬਈ ਆਹ ਤਾਂ ਗਈ, 22 ਤਾਂ ਗਈ,
ਵੀ ਇਹਨੂੰ ਰੌਲੀ ਪਾ ਕੇ ਦੇਖੋ 24 ਤੱਕ ਜੇ ਕਾਂਗਰਸ ਦਾ ਵਰਕਰ ਖੜਾ ਰਵੇ ਤਾਂ 24 ਬਚਾ ਕੇ ਰੱਖੋ, ਕਿਉਂਕਿ ਪਾਰਲੀਮੈਂਟ ਚਲੋ ਉਹਨਾਂ ਬਾਰੇ ਤਾਂ ਗਰੇਵਾਲ ਸਾਹਿਬ ਦੀ ਪਾਰਟੀ ਜ਼ਿਆਦਾ ਜਾਣਦੀ ਹੈ, ਇਹ ਉਹਦੇ ਤੇ ਵੀ ਚਾਨਣਾ ਪਾ ਸਕਦੇ ਆ। ਪਰ ਜਿਹੜੀ ਗੱਲ ਟੀਨੂ ਜੀ ਕਰ ਰਹੇ ਨੇ ਗਰੇਵਾਲ ਸਾਹਿਬ ਵੀ ਬੀਜੇਪੀ ਦੂਜੇ ਤਰੀਕੇ ਨਾਲ ਸੋਚਦੀ ਹੈ, ਅਸਲ ਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕਹੀ ਨਹੀਂ ਵੀ ਅੱਜ ਦੀ ਡੇਟ 'ਚ ਤਾਂ ਫਿਲਹਾਲ ਕੈਂਪੇਨ ਦੇ ਲਈ ਵੀ ਬਾਹਰ ਨਹੀਂ ਨਿਕਲਿਆ ਜਾ ਰਿਹਾ ਬੀਜੇਪੀ ਦੇ ਉਮੀਦਵਾਰਾਂ ਤੋਂ। ਦੇਖੋ ਇਹਨਾਂ ਨੂੰ ਹਰ ਗੱਲ ਕਹਿਣ ਦਾ ਔਰ ਹਰ ਸੋਚ ਰੱਖਣ ਦਾ ਅਧਿਕਾਰ ਹੈ, ਪਰ ਮੈਂ ਇੱਕ ਤਾਂ ਤੁਹਾਨੂੰ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਪੰਜਾਬ 'ਚ ਵੈਸੇ ਜਿਹੜੇ ਤੁਸੀਂ ਲੀਡਰਸ਼ਿਪ ਇਸ਼ੂ ਮੈਂ ਉੱਤੇ ਚੱਲਦਾ ਦੇਖ ਰਿਹਾ ਸੀ ਜੀ ਕਿ ਇਸ ਪਾਰਟੀ ਕੋਲ ਲੀਡਰ ਨਹੀਂ ਹੈ, ਇਸ ਕੋਲ ਲੀਡਰ ਹੈਗਾ। ਮੈਂ ਤਾਂ ਦੋ ਹੀ ਲੀਡਰ ਮੰਨਦਾ ਪੰਜਾਬ 'ਚ ਜੀ, ਔਰ ਜਿਨ੍ਹਾਂ ਕੋਲੋਂ ਕੁਝ ਸਿੱਖਿਆ ਜਾ ਸਕਦਾ। ਇੱਕ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਵੇ, ਦੂਸਰੇ ਕੈਪਟਨ ਅਮਰਿੰਦਰ ਸਿੰਘ। ਉਹਨਾਂ ਕੋਲੋਂ ਤਾਂ ਮੈਂ ਸਮਝਦਾ ਕਿ ਅਪੀਲ ਵੀ ਕਰੂੰਗਾ ਸੋਨੀਆ ਜੀ ਨੂੰ ਕਿ ਰਾਹੁਲ ਔਰ ਪ੍ਰਿੰਕਾ ਨੂੰ ਵੀ ਪੜ੍ਹਨ ਭੇਜ ਦੇਣ ਕਿ ਜਿਹੜੀ ਪਾਰਟੀ ਨੇ ਪੰਜਾਬ 'ਚ ਨਸਲਕੁਸ਼ੀ ਕੀਤੀ ਹੋਵੇ ਸਿੱਖਾਂ ਦੀ, ਜਿਹਨੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਹੋਵੇ, ਉਸ ਨੂੰ ਦੁਬਾਰਾ ਉਹਨਾਂ ਲੋਕਾਂ ਦੀਆਂ ਵੋਟਾਂ ਲੈ ਕੇ ਸੱਤਾ 'ਚ ਲੈ ਆਉਣਾ, ਇਹ ਬਹੁਤ ਬੜੀ ਗੱਲ ਆ। ਤੇ ਇਸ ਕਰਕੇ ਇਹ ਤਾਂ ਕਾਂਗਰਸ ਦੀ ਤੇ ਉਹਨਾਂ ਦੀ ਲੀਡਰਸ਼ਿਪ ਦੀ ਵਿਸ਼ੇਸ਼ਤਾ। ਪਰ ਅਸੀਂ ਤਾਂ ਸਿੱਧੇ ਸਾਦੇ ਲੋਕ ਹਾਂ, ਬੀਜੇਪੀ ਵਾਲੇ ਤਾਂ ਸਾਰੇ ਉਹ ਕਹਿੰਦੇ ਅਸੀਂ ਸਿੱਧੇ ਸਾਦੇ ਲੋਕ ਹੈ, ਅਕਾਲੀ ਦਲ ਵਾਲੇ ਆਮ ਆਦਮੀ ਪਾਰਟੀ ਦਾ ਨਾ ਹੀ ਆਮ ਆਦਮੀ ਪਾਰਟੀ ਹੈ। ਠੀਕ ਹੈ, ਅਸੀਂ ਤਾਂ ਜਾ ਕੇ ਸਿੱਧੀਆਂ ਗੱਲਾਂ ਕਰਨੀਆਂ ਨੇ ਕਿ ਭਾਈ ਅਸੀਂ ਤਾਂ ਹੈ ਨਹੀਂ, ਪਰ ਅੱਜ ਤੇ ਸਵਾਲ ਇਹ ਹੈ ਲੋਕ ਗੱਲਾਂ ਕਰ ਨਹੀਂ ਦਿੰਦੇ ਤੁਹਾਨੂੰ। ਨਹੀਂ, ਐਸਾ ਕੁਝ ਨਹੀਂ। ਅੱਜ ਦੀ ਡੇਟ 'ਚ ਤੁਸੀਂ ਕਿਹੜੀ ਥਾਂ ਤੇ ਦੱਸੋ ਜੀ ਕਿਤੇ ਬੀਜੇਪੀ ਕੋਈ ਮੀਟਿੰਗ ਨਹੀਂ ਕਰ ਸਕਦੀ, ਕਿਤੇ ਪ੍ਰੋਗਰਾਮ ਨਹੀਂ ਕਰ ਸਕਦੀ। ਮੇਰੀ ਗੱਲ ਸੁਣ ਲਓ, ਉਹ ਠੀਕ ਆ ਤੁਹਾਡੀ ਗੱਲ, ਮੈਂ ਕੋਈ ਇਨਕਾਰ ਨਹੀਂ ਕਰਦਾ ਇਸ ਤੋਂ। ਸਾਡੇ ਤੇ ਰਾਜਨੀਤਿਕ ਆਤੰਕਵਾਦ ਦਾ ਕੁਹਾੜਾ ਚੱਲ ਰਿਹਾ ਔਰ ਉਹਦੇ 'ਚ ਸਾਰਿਆਂ ਦਾ ਹੀ ਵਰਦ ਹਸਤ ਹੈਗਾ, ਉਹਦੀ ਕੋਈ ਗੱਲ ਨਹੀਂ, ਅਸੀਂ ਮੁਕਾਬਲਾ ਕਰਨਾ ਜਾਣਦੇ ਹਾਂ। ਕਿਉਂਕਿ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਕਿ ਕਸ਼ਮੀਰ ਵੈਲੀ ਦੇ ਅੰਦਰ 26 ਸੀਟਾਂ ਸੀ, ਅਸੀਂ 26 ਦੀਆਂ 26 ਬੀਜੇਪੀ ਲੜਦੀ ਸੀ, 5-7 ਕੈਂਡੀਡੇਟ ਹਰ ਵਾਰ ਸ਼ਹੀਦ ਕਰਦੇ ਸੀ ਸਾਡੇ, ਅਸੀਂ ਉੱਥੇ ਸਰਕਾਰ ਬਣਾਉਣ 'ਚ ਵੀ ਕਾਮਯਾਬ ਹੋਏ ਸੀ। ਤੇ ਇਸ ਕਰਕੇ ਅਸੀਂ ਤਾਂ ਸੰਘਰਸ਼ ਕਰਨ ਵਾਲੀ ਪਾਰਟੀ ਹਾਂ, ਸਾਡੇ ਤੇ ਜਿੰਨਾ ਮਰਜ਼ੀ ਜ਼ੁਲਮ ਕਰ ਲਓ, ਅਸੀਂ ਤਾਂ ਲੋਕਾਂ ਦੀ ਸੇਵਾ 'ਚ ਲੱਗੇ ਹਾਂ। ਨਹੀਂ, ਜ਼ੁਲਮ ਕੌਣ ਕਰ ਰਿਹਾ ਤੁਹਾਡੇ ਤੇ? ਜ਼ੁਲਮ ਸਾਡੇ ਤੇ ਸਰਕਾਰੀ ਜ਼ੁਲਮ ਹੈ ਇਹ, ਬਈ ਪੁਲਿਸ ਨੂੰ ਕਾਰਵਾਈ ਨਾ ਕਰਨ ਦਿਓ ਔਰ ਐਮਐਲਏ ਦੇ ਕੱਪੜੇ ਫਾੜ ਦਿਓ, ਉਹਦੇ ਤੇ ਮੁਕੱਦਮਾ ਦਰਜ ਕਰੋ ਤਾਂ ਫਿਰ ਇਹ ਕਿਸਾਨ ਸੰਯੁਕਤ ਕਿਸਾਨ ਮੋਰਚੇ ਵਾਲੇ ਜਾ ਕੇ ਧਰਨਾ ਲਾ ਦੇਣ ਇਹ ਤਾਂ ਸ਼ਰੀਫ ਲੋਕ ਨੇ ਕਿਉਂ ਫੜ ਲਏ। ਇਹ ਸਾਰਾ ਕੁਝ ਹੋਇਆ ਤੁਹਾਡੇ ਸਾਹਮਣੇ ਹੀ ਹੈ ਸਾਰਾ। ਇਹ ਅੰਦੋਲਨ ਕੋਈ ਸ਼ਾਂਤਮਈ ਨਹੀਂ, ਕੋਈ ਡੈਮੋਕ੍ਰੈਟਿਕ ਨਹੀਂ ਹੈ, ਪਰ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਅੱਜ ਉਹ ਮੁੱਦਾ ਨਹੀਂ ਹੈ। ਮੁੱਦਾ ਅੱਜ ਦਾ ਇਹ ਹੈ ਕਿ ਇੱਥੇ ਪਰਫਾਰਮ ਕਿਹੜੀ ਪਾਰਟੀ ਕਰੂਗੀ। ਨਹੀਂ, ਪਰ ਮੁੱਦੇ ਦੇ ਵਿੱਚ ਇਹ ਵੀ ਹੈ ਵੀ ਵਾਇਆ ਤਾਂ ਦੇਖੋ ਟਿਕਰੀ ਜਾਂ ਸਿੰਘੂ ਬਾਰਡਰ ਹੋ ਕੇ ਜਾਇਆ ਜਾਊ, ਜਿਹੜੀ ਮਰਜ਼ੀ ਸਰਕਾਰ ਸੱਤਾ ਦੇ ਵਿੱਚ ਆਵੇ। ਸਭ ਜਾਵਾਂਗੇ, ਜੇ ਬਾਕੀ ਸਟੇਟਾਂ 'ਚ ਅਸੀਂ ਆਉਨੇ ਆ, ਜੇ ਸਾਨੂੰ ਕਿਸਾਨ ਵੋਟ ਕਰਦਾ ਤਦ ਹੀ ਤਾਂ ਆਉਨੇ ਆ ਨਾ, ਸਾਰੇ ਵਰਗਾਂ ਦੇ ਵੋਟ ਸਭ ਨੂੰ ਮਿਲਦੇ ਆ। ਤੇ ਅਸੀਂ ਦੇਸ਼ 'ਚ ਇੱਥੇ ਤਾਂ ਚਲੋ ਟੀਨੂ ਜੀ ਕਹਿੰਦੇ ਵੀ ਅਸੀਂ ਜਿਤਾਤੇ, ਸਾਡੀ ਸ਼੍ਰੋਮਣੀ ਅਕਾਲੀ ਦਲ ਸਾਨੂੰ ਜਿਤਾਉਂਦਾ ਰਿਹਾ, ਮੈਂ ਇਹਨਾਂ ਦੀ ਗੱਲ ਨੂੰ ਇਨਕਾਰ ਨਹੀਂ ਕਰਦਾ, ਪਰ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਦੇਸ਼ 'ਚ ਅਸੀਂ ਸਭ ਤੋਂ ਬੜਾ ਰਾਜਨੀਤਿਕ ਦਲ ਹਾਂ ਇਸ ਵੇਲੇ, ਦੁਨੀਆ ਦਾ ਵੀ ਸਭ ਤੋਂ ਬੜਾ ਰਾਜਨੀਤਿਕ ਦਲ ਹੈ ਸਟਰੈਂਥ ਦੇ ਹਿਸਾਬ ਨਾਲ। ਇਸ ਕਰਕੇ ਉਹ ਤਾਂ ਸਾਨੂੰ ਅਕਾਲੀ ਦਲ ਨੇ ਨਹੀਂ ਬਣਾਇਆ ਨਾ, ਉਹ ਤਾਂ ਅਸੀਂ ਆਪ ਹੀ, ਸਾਡੇ ਵਰਕਰਾਂ ਦੀ ਤਿਆਗ ਤਪੱਸਿਆ ਹੈਗੀ ਆ ਤੇ ਸਾਡੇ ਸੰਗਠਨ ਦੀ ਵਿਚਾਰਧਾਰਾ ਹੈਗੀ ਜਿਹਨੂੰ ਲੋਕਾਂ ਨੇ ਐਕਸੈਪਟ ਕੀਤਾ। ਤੇ ਜੇ ਨਹੀਂ ਐਕਸੈਪਟ ਕਰਨਗੇ ਤਾਂ ਜਿਵੇਂ ਪੰਜਾਬ 'ਚ ਸਾਡੀ ਸਰਕਾਰ ਅਕਾਲੀ ਭਾਜਪਾ ਦੀ ਸੀਗੀ, ਪਾਸੇ ਕਰਤੀ ਸੀ ਨਾ, ਤੇ ਜੇ ਉਹਨਾਂ ਨੂੰ ਕੁਝ ਬੁਰਾ ਲੱਗਿਆ, ਅੱਜ ਕਾਂਗਰਸ ਦਾ ਬੁਰਾ ਲੱਗੂਗਾ, ਕਾਂਗਰਸ ਦੀ ਪਾਸੇ ਕਰ ਦੇਣਗੇ, ਤਾਂ ਲੋਕਾਂ ਦੇ ਹੱਥ ਹੁੰਦਾ। ਤੇ ਇਸ ਲਈ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੀ ਆਵਾਮ ਨੇ ਜਿਹੜਾ ਫੈਸਲਾ ਕਰਨਾ, ਇਸੇ ਲਈ ਅੱਜ ਤੁਸੀਂ ਆ ਵਧੀਆ ਮੌਕਾ ਦਿੱਤਾ ਪੰਜਾਬ ਦੀ ਜਨਤਾ ਨੂੰ ਵੀ ਸਮਝਣ ਦਾ ਕਿ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਸਮਝੋ, ਇਹਨਾਂ ਲੀਡਰਾਂ ਨੂੰ ਸਮਝੋ, ਇਹਨਾਂ ਲੋਕਾਂ ਨੂੰ ਸਮਝੋ। ਤੇ ਉਹ ਆਪਣਾ, ਕਈ ਵਾਰੀ ਗੱਲ ਸ਼ੋਰ ਸ਼ਰਾਬੇ ਬਹਿਸਬਾਜ਼ੀ ਦੇ ਵਿੱਚ ਹੀ ਤਾਨੇ ਮੇੜਿਆਂ 'ਚ ਖਤਮ ਹੋ ਜਾਂਦੀ ਹੈ। ਸੋ ਹਰ ਕਿਸੇ ਦਾ ਏਜੰਡਾ ਕੀ ਹੈ, ਇਹ ਚੀਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ, ਉਹ ਫੈਸਲਾ ਹੋਏਗਾ। ਇਸ ਕਰਕੇ ਮੈਂ ਕੋਈ ਵੀ ਗੱਲ ਐਸੀ ਨਹੀਂ ਰੱਖਣੀ ਚਾਹੁੰਦਾ ਜਿਹੜੀ ਪਬਲਿਕ ਤੇ ਹੀ ਛੱਡਦੇ ਆ ਸਾਰਾ ਕੁਝ, ਇਹ ਪਤਾ ਲੱਗ ਜਾਣਾ ਕਿ ਵੀ ਸਾਨੂੰ ਕਿੰਨਾ ਕੁ ਅੰਦਰ ਵਾੜਦੇ ਆ, ਕਿੰਨਾ ਕੁ ਬਾਹਰ ਰੱਖਦੇ ਆ ਆਉਣ ਵਾਲੇ ਟਾਈਮ 'ਚ। ਮੈਂ ਅੱਜ ਇਹ ਦਾਅਵੇ ਨਾਲ ਕਹਿਣਾ, ਪੰਜਾਬ ਦੇ ਲੋਕਾਂ ਤੇ ਭਰੋਸਾ ਕਰਕੇ ਕਹਿਣਾ ਕਿ ਅਸੀਂ ਵੱਡੀ ਰਾਜਨੀਤਿਕ ਧਿਰ ਹੋਵਾਂਗੇ ਪੰਜਾਬ ਦੇ ਅੰਦਰ। ਇਹ ਭਾਰਤੀ ਜਨਤਾ ਪਾਰਟੀ ਤੁਸੀਂ ਦੇਖ ਲੈਣਾ ਆਉਣ ਵਾਲੇ ਟਾਈਮ 'ਚ, ਕਈ ਲੋਕ ਕਰਦੇ 117। ਜੇ ਸਭ ਤੋਂ ਪਹਿਲਾਂ ਵੱਡਾ ਮਸਲਾ ਹੱਲ ਕਰੋਗੇ ਉਸ ਤੋਂ ਬਾਅਦ ਹੀ ਅੱਗੇ ਵਧੋਗੇ ਨਾ। ਮਸਲਾ ਦੇਖੋ, ਗੱਲ ਇਹ ਆ, ਉਹ ਜਿਹੜੇ ਮਸਲੇ ਦੀ ਗੱਲ ਕਰਦੇ ਆ, ਉਹ ਸਾਡੀ ਸਰਕਾਰ ਸਾਰੀਆਂ ਹੀ ਗੱਲਾਂ ਮੰਨਣ ਨੂੰ ਤਿਆਰ ਆ, ਜੋ ਕਿਸਾਨ ਹਿੱਤ ਦੀਆਂ ਨੇ ਔਰ ਤਰਕ ਸੰਗਤ ਗੱਲਾਂ ਨੇ। ਤੇ ਉਸ ਤੋਂ ਅੱਗੇ ਤਾਂ ਨਹੀਂ ਵਧਿਆ ਜਾ ਸਕਦਾ। ਉਹਦੇ 'ਚ ਜੋ ਗੱਲਾਂ ਹੋ ਰਹੀਆਂ ਨੇ, ਉਹ ਕਿਹਦੇ ਇੰਟਰਸਟ ਨੇ, ਕੀ ਗੱਲਾਂ ਨੇ, ਉਹ ਕਿਉਂਕਿ ਉਸ ਪਾਸੇ ਨੂੰ ਡਿਬੇਟ ਚਲੀ ਜਾਊਗੀ, ਮੈਂ ਉਸ ਪਾਸੇ ਨਹੀਂ। ਪਰ ਤੁਹਾਨੂੰ ਲੱਗਦਾ ਨਹੀਂ ਵੀ ਉਹਦਾ ਅਸਰ ਪਏਗਾ? ਨਹੀਂ, ਅਸਰ ਤਾਂ ਹਰ ਚੀਜ਼ ਦਾ ਹੁੰਦਾ, ਅਸਰ ਦੀ ਕੋਈ ਗੱਲ ਨਹੀਂ ਹੈ, ਮਗਰ ਅਸੀਂ ਅਸਰ ਦੇ ਲਈ ਜੇ ਸਾਡੇ ਤੇ ਕੋਈ ਗਲਤ ਤਰੀਕੇ ਨਾਲ ਕੋਈ ਗੱਲ ਹੋਊਗੀ ਤਾਂ ਉਹਦਾ ਜਵਾਬ ਦੇਣ ਲਈ ਵੀ ਬਰਾਬਰ ਤਿਆਰ ਹਾਂ। ਤੁਸੀਂ ਕੀ ਸਮਝਦੇ ਇਸ ਬਾਬਤ? ਦੇਖੋ, ਮੈਂ ਪਹਿਲਾਂ ਟੀਨੂ ਜੀ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਜੀ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਇੱਕ ਗੱਲ ਆ, ਪਰ ਗੱਲ ਇੱਕ ਆ ਕਿ ਜਦੋਂ ਬੀਜੇਪੀ ਦਾ ਦੇਸ਼ ਵਿੱਚ ਰਾਜ ਆ ਤੇ ਪੰਜਾਬ ਨੂੰ ਜਿਹੜੇ ਨੀਮ ਪਹਾੜੀ ਇਲਾਕੇ ਨੇ, ਜਿਹੜੀ ਇੰਡਸਟਰੀ ਆਰਥਿਕ ਪੈਕੇਜ ਮਿਲਦਾ ਉਹਦੇ ਵਿੱਚੋਂ ਬਾਹਰ ਰੱਖਿਆ ਜਾਂਦਾ ਤੇ ਅਕਾਲੀ ਦਲ ਚੁੱਪ ਰਹਿੰਦਾ ਹੈ।
ਬੀਜੇਪੀ ਦੇ ਨਾਲ ਆਮ ਆਦਮੀ ਪਾਰਟੀ ਹੋਈ ਜਾਂ ਅਕਾਲੀ ਦਲ ਹੋਇਆ। ਅਟਲ ਭੂਜਲ ਯੋਜਨਾ ਦੇ ਨਾਲ ਬਾਕੀ ਸਟੇਟਾਂ ਦੇ ਵਿੱਚ ਜਿਹੜਾ ਆ ਡੂੰਘੇ ਹੁੰਦੇ ਪਾਣੀਆਂ ਦੇ ਉੱਤੇ ਜਿਹੜੇ ਆ ਕੇਂਦਰ ਸਰਕਾਰ ਜਿਹੜੀ ਉਹ ਪੈਸੇ ਭੇਜਦੀ, ਪੰਜਾਬ ਨੂੰ ਫਿਰ ਬਾਹਰ ਰੱਖਿਆ ਜਾਂਦਾ। ਫਿਰ ਅਕਾਲੀ ਦਲ ਨਾਲ ਹੋਇਆ ਜਾਂ ਆਮ ਆਦਮੀ ਪਾਰਟੀ ਨਾਲ ਹੋਈ। ਉਸ ਤੋਂ ਬਾਅਦ ਸਭ ਤੋਂ ਵੱਡਾ ਮੁੱਦਾ ਅੱਜ ਜਦੋਂ ਇਹ ਕਾਲੇ 3 ਕਾਨੂੰਨ ਆਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੋਮਰ ਸਾਹਿਬ ਨੂੰ ਲੈ ਕੇ ਆਉਂਦੇ ਨੇ, ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਮੈਂ ਜ਼ਿੰਮੇਵਾਰੀ ਲੈਣਾ, ਇਹਨੇ ਕਾਲੇ ਕਾਨੂੰਨਾਂ ਨਾਲ ਕਿਸਾਨਾਂ ਨੂੰ ਕੋਈ ਜਿਹੜਾ ਆ ਉਹ ਕੋਈ ਇਤਰਾਜ਼ ਨਹੀਂ ਹੋਵੇਗਾ, ਕੋਈ ਨੁਕਸਾਨ ਨਹੀਂ ਹੋਵੇਗਾ। ਉਸ ਤੋਂ ਬਾਅਦ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਾਰੇ ਇੱਜ਼ਤ ਕਰਦੇ ਨੇ, ਐਡੇ ਵੱਡੇ ਸਾਡੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੁਖਬੀਰ ਬਾਦਲ ਸਾਹਿਬ ਨੇ ਉਹਨਾਂ ਦੇ ਮੁੱਖ ਤੋਂ ਵੀ ਕਹਾਤਾ ਕਿ ਇਹਨਾਂ ਕਾਨੂੰਨਾਂ ਦੇ ਨਾਲ ਜਿਹੜਾ ਆ ਪੰਜਾਬ ਦੇ ਲੋਕਾਂ ਦਾ ਜਿਹੜਾ ਆ ਬਹੁਤ ਫਾਇਦਾ ਹੋਣ ਵਾਲਾ ਆ, ਇਹ ਤਾਂ ਕਿਸਾਨਾਂ ਲਈ ਸੋਨੇ ਤੇ ਸੁਹਾਗੇ ਹੋਣ ਵਾਲੀ ਗੱਲ ਆ। ਉਹਨਾਂ ਦੇ ਨਾਲ ਬੀਜੇਪੀ ਦੇ ਨਾਲ ਰਲ ਕੇ ਕਾਨੂੰਨ ਲੈ ਕੇ ਆਉਂਦੇ ਨੇ, ਬਾਅਦ ਵਿੱਚ ਯੂ ਟਰਨ ਮਾਰਦੇ ਨੇ, ਫਿਰ ਸਾਥ ਛੱਡਦੇ ਨੇ, ਮੁੜ ਕੇ ਅੱਜ ਫਿਰ ਬੀਜੇਪੀ ਦੇ ਜਿੰਨੇ ਵੀ ਆਗੂ ਨੇ ਉਹ ਭਾਵੇਂ ਵੱਖ-ਵੱਖ ਹਲਕਿਆਂ ਤੋਂ ਨੇ, ਮੁੜ ਕੇ ਅਕਾਲੀ ਦਲ ਸ਼ਾਮਲ ਹੋ ਰਹੇ ਨੇ। ਰਲਿਆ ਹੋਇਆ ਕੌਣ ਹੈ? ਅਕਾਲੀ ਦਲ ਨਾਲ ਆਮ ਆਦਮੀ ਪਾਰਟੀ ਰਲੀ ਹੋਈ ਹੈ ਜਾਂ ਬੀਜੇਪੀ ਨਾਲ ਅਕਾਲੀ ਦਲ ਰਲਿਆ ਹੋਇਆ? ਕਿਹੜੀ ਪਾਰਟੀ ਕਿਹਨੇ ਰਲੀ ਹੋਈ ਹੈ? ਅੱਜ ਜਿੰਨੇ ਵੀ ਤਾਂ ਖੈਰ ਇਹਨਾਂ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਸਿਲਸਿਲਾ ਚੱਲਦਾ ਹੈ ਕਿ ਕੋਈ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਆ ਜਾਣ। ਮੈਂ ਜਿਹੜੀ ਸ਼ਾਮਲ ਹੋਣ ਦੀ ਗੱਲ ਕਰਦਾ, ਉਹ ਇੱਕ ਢੰਗ ਤਰੀਕਾ, ਇੱਕ ਸਿਸਟਮ ਹੈ। ਤੁਸੀਂ ਦੇਖੋ ਕਿ ਉਹ ਸਾਰੇ ਬੀਜੇਪੀ ਦੇ ਜਿੰਨੇ ਵੀ ਐਮਐਲਏ ਰਹੇ ਨੇ, ਤੁਹਾਡੀ ਪਾਰਟੀ 'ਚ ਵੀ ਅਕਾਲੀ ਦਲ ਤੋਂ ਛੱਡ ਕੇ ਆ ਰਹੇ ਨੇ ਕਈ ਬੰਦੇ ਪਿਛਲੇ ਦਿਨਾਂ ਦੇ ਵਿੱਚ, ਮੈਂ ਨਾਮ ਗਿਣਾ ਦਿੰਦਾ। ਜਿਹੜੀ ਮੈਂ ਗੱਲ ਤੁਸੀਂ ਨਾ ਗੱਲ ਨੂੰ ਹੋਰ ਪਾਸੇ ਲਿਜਾਣ ਲੱਗ ਪਏ। ਮੈਂ ਜਿਹੜੀ ਗੱਲ ਕਹਿ ਰਿਹਾ ਸੀ, ਜੇ ਅੱਜ ਪੂਰੇ ਪੰਜਾਬ ਦਾ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠਾ, ਮੀਂਹ ਦੇ ਵਿੱਚ, ਹਨੇਰੀ ਦੇ ਵਿੱਚ, ਗਰਮੀ ਦੇ ਵਿੱਚ ਬੈਠਾ, ਕੀ ਅਸੀਂ ਉਹਦੇ ਵਿੱਚ ਇਕੱਲੇ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹਾਂ? ਜਿਹੜੀਆਂ ਪਾਰਟੀਆਂ ਨੇ ਨਾਲ ਉੱਥੇ ਸਾਈਨ ਕੀਤੇ ਨੇ, ਜਿਹੜੇ ਵਿੱਚ ਨਾਲ ਬਰਾਬਰ ਖੜੇ ਰਹੇ ਨੇ, ਜਿਹੜੇ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਨੇ, ਜਿਹੜੇ ਆਪਣੀ ਪਾਰਟੀ ਦੇ ਸਰਪ੍ਰਸਤ ਤੋਂ ਕਹਾਂਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਲਾਹੇਵੰਦ ਇਹ ਹੋਣਗੇ। ਸਵਾਲ ਤੇ ਹੈ ਹੀ ਨੇ ਆਬਵੀਅਸਲੀ। ਦੇਖੋ ਵਿਜੇਪਾਲ ਜੀ, ਸਭ ਤੋਂ ਪਹਿਲਾਂ ਜਦੋਂ ਇਹ 3 ਕਾਲੇ ਕਾਨੂੰਨ ਆਏ ਆ ਨਾ, ਸਭ ਤੋਂ ਪਹਿਲਾਂ ਟ੍ਰੇਡ ਕਮਰਸ ਵਾਲਾ ਬਿੱਲ ਜੇ ਕਿਸੇ ਨੇ ਲਾਗੂ ਕੀਤਾ, ਉਹ ਦਿੱਲੀ 'ਚ ਆਮ ਆਦਮੀ ਪਾर्टी ने लागू किया और चीख के कहा कि इससे किसान को फायदा होगा, किसान कहीं भी अपनी फसल बेच सकता है। सबनों पता है, तो मीडिया ਦੀਆਂ ਗੱਲਾਂ। ਦੂਜੀ ਗੱਲ ਗਰੇਵਾਲ ਸਾਹਿਬ ਨੇ ਕਿਹਾ ਸੀ ਵੀ ਸਾਡੇ ਇਤਰਾਜ਼ ਆ ਤਾਂ ਤੁਸੀਂ ਕਹਿ ਸਕਦੇ ਹੋ ਆਪਣੀ ਗੱਲ। ਕੋਈ ਮੈਂ ਤਾਂ ਇਹਦੇ ਕਾਗਜ਼ ਤੇ ਮੈਂ ਡਾਕੂਮੈਂਟ ਪੇਸ਼ ਕਰ ਦਿੰਦਾ, ਸਾਹਮਣੇ ਤੁਸੀਂ ਕਰ ਸਕਦੇ ਹੋ, ਕਾਊਂਟਰ ਕੋਈ ਐ ਨਹੀਂ ਹੈ, ਗੱਲ ਸਾਰੀ ਆਏਗੀ ਤੁਸੀਂ ਕਰੋ। ਅੱਛਾ, ਮੈਂ ਮੇਰੇ ਕਲੈਰੀਫਿਕੇਸ਼ਨ ਲੈ ਲਓ ਨਾ, ਫਿਰ ਕਲੈਰੀਫਿਕੇਸ਼ਨ ਲੈ ਲਓ। ਦੂਜੀ ਗੱਲ ਜਿਹੜੀ ਗਰੇਵਾਲ ਸਾਹਿਬ ਨੇ ਕਹੀ ਵੀ ਪੋਲੀਟੀਕਲ ਆਤੰਕਵਾਦ ਹੋ ਰਿਹਾ ਸਾਡੇ ਨਾਲ। ਦੇਖੋ, ਪੰਜਾਬ 'ਚ ਆਤੰਕਵਾਦ ਲਿਆਉਣ ਵਾਲੀ ਕਾਂਗਰਸ ਹੈ। ਕਾਂਗਰਸ ਦੀਆਂ ਪਾਲਿਸੀਆਂ ਨੇ ਪੰਜਾਬ ਨੂੰ ਆਤੰਕਵਾਦ ਦੀ ਭੱਠੀ 'ਚ ਝੋਕਿਆ, ਪੰਜਾਬ ਦਾ ਨੁਕਸਾਨ। ਅੱਜ ਉਸੇ ਤਰੀਕੇ ਨਾਲ ਦੇਸ਼ ਵਿੱਚ ਇੱਕ ਨਵੇਂ ਤਰ੍ਹਾਂ ਦਾ ਆਤੰਕਵਾਦ ਬੀਜੇਪੀ ਪੈਦਾ ਕਰ ਰਹੀ ਹੈ, ਬੀਜੇਪੀ ਦੀ ਗਵਰਨਮੈਂਟ ਪੈਦਾ ਕਰ ਰਹੀ ਹੈ। ਤੁਸੀਂ ਦੇਖ ਲਓ, ਅੱਜ ਹਰ ਪਾਸੇ ਲੋਕਾਂ 'ਚ ਨਾਰਾਜ਼ਗੀ ਆ, ਲੋਕਾਂ 'ਚ ਗੁੱਸਾ ਆ। ਆਪਾਂ ਸਿਰਫ ਲੋਕਾਂ ਦੇ ਉੱਤੇ ਸਭ ਕੁਝ ਥੋਪਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਉਸ ਕਰਕੇ ਹਾਲਾਤ ਬੀਜੇਪੀ ਕੁਝ ਠੀਕ ਨਹੀਂ ਕਰ ਰਹੀ। ਬੀਜੇਪੀ ਦੇ ਨਾਲ ਤੁਸੀਂ ਜਦੋਂ ਦੇ ਕੇਂਦਰ ਦੀ ਸਰਕਾਰ ਦੀ ਗੱਲ ਹੀ ਕਰ ਰਹੇ ਹੋ, ਜਦੋਂ ਦੀ ਕੇਂਦਰ ਦੀ ਸਰਕਾਰ ਆਈ ਹੈ, ਤੁਸੀਂ ਤੇ ਹੁਣ 6 ਮਹੀਨੇ ਪਹਿਲਾਂ ਵੱਖ ਹੋਏ ਹੋ। ਉਸ ਤੋਂ ਪਹਿਲਾਂ ਤਾਂ ਤੁਸੀਂ ਵੀ ਨਾਲ ਵਿੱਚ ਹਿੱਸੇਦਾਰ ਸੀ, ਤੇ ਤੁਸੀਂ ਉਦੋਂ ਇਤਰਾਜ਼ ਕਿਉਂ, ਅੱਜ ਇਤਰਾਜ਼ ਕਿਉਂ ਜਤਾਇਆ ਜਾ ਰਿਹਾ? 2014 ਤੋਂ 19 ਤੱਕ ਦੀ ਸਰਕਾਰ ਤੁਸੀਂ ਦੇਖ ਲਓ, ਉਦੋਂ ਕੋਈ ਐਸੇ ਕਾਨੂੰਨ ਨਹੀਂ ਬਣੇ ਸੀ ਜਿਹਦੇ ਨਾਲ ਦੂਜੇ ਧਰਮਾਂ ਨੂੰ ਕਿਤੇ ਅਲੱਗ ਅੱਖ ਨਾਲ ਦੇਖਿਆ ਜਾਂਦਾ। ਇਹ 2019 ਦੀ ਸਰਕਾਰ ਬਣਨ ਤੋਂ ਬਾਅਦ ਪੁੱਠੇ ਪੈਰ ਚੱਕੇ ਆ ਕੇਂਦਰ ਦੀ ਸਰਕਾਰ ਨੇ। ਚਾਹੇ ਉਹ ਸਿਟੀਜ਼ਨ ਨਾਗਰਿਕਤਾ ਬਿੱਲ ਆਇਆ, ਚਾਹੇ ਕਿਸਾਨ ਬਿੱਲ ਆਏ ਆ, ਚਾਹੇ ਲੇਬਰ ਲਾਅ ਜਿਹੜੇ ਅਗੇਂਸਟ ਜਿਹੜੇ ਮਜ਼ਦੂਰਾਂ ਦੇ ਬਣਾਏ ਆ, ਇਹ ਹੁਣ ਆਏ ਆ 19 ਤੋਂ ਬਾਅਦ। ਤੇ ਜਿਹੜੀ ਗੱਲ ਇਹਨਾਂ ਨੇ ਕਹੀ, ਦੇਖੋ ਅਸੀਂ ਭਾਰਤੀ ਜਨਤਾ ਪਾਰਟੀ ਨਾਲ 23 ਸਾਲ ਨਿਭਾਈ ਆ, ਸਾਡਾ ਪੁਰਾਣਾ ਰਿਸ਼ਤਾ ਸੀ, ਅਸੀਂ ਵਿਸ਼ਵਾਸ ਕੀਤਾ। 9 ਮਾਸ ਜਦੋਂ ਇਹਨਾਂ ਨੇ ਬਿੱਲ ਲੈ ਕੇ ਆਂਦੇ, ਅੱਛਾ ਫਿਰ ਕਾਂਗਰਸ ਵੀ ਕਹਿੰਦੀ ਸੀ, ਕੈਪਟਨ ਅਮਰਿੰਦਰ ਸਿੰਘ ਵੀ ਕਹਿ ਕੇ ਆਏ ਆ ਹਾਈ ਲੈਵਲ ਪਾਵਰ ਕਮੇਟੀ 'ਚ, ਫਾਈਨੈਂਸ ਮਿਨਿਸਟਰ ਵੀ ਉੱਥੇ ਮੀਟਿੰਗ 'ਚ ਸ਼ਾਮਲ ਹੋ ਕੇ ਆਏ ਆ। ਸੋ ਜਦੋਂ ਅਸੀਂ ਇਹਨਾਂ ਤੇ ਵਿਸ਼ਵਾਸ ਕੀਤਾ, ਅਸੀਂ ਇਹਨਾਂ ਨੂੰ ਕਿਹਾ ਵੀ ਕਿਸਾਨਾਂ ਦੇ ਅੰਦਰ ਨਾਰਾਜ਼ਗੀ ਆ, ਕਿਸਾਨ ਇਹਨਾਂ ਬਿੱਲਾਂ ਨੂੰ ਪਸੰਦ ਨਹੀਂ ਕਰਦੇ। ਇਹ ਹਲੇ ਆਰਡੀਨੈਂਸ ਸੀ ਉਸ ਵੇਲੇ। ਭਾਰਤੀ ਜਨਤਾ ਪਾਰਟੀ ਦੀ ਆਲਾ ਲੀਡਰਸ਼ਿਪ ਨੇ ਅਕਾਲੀ ਦਲ ਨੂੰ ਭਰੋਸਾ ਦਿੱਤਾ ਕਿ ਅਸੀਂ ਕਿਸਾਨਾਂ ਨਾਲ ਗੱਲ ਕਰਕੇ ਜੋ ਕਿਸਾਨ ਕਹਿਣਗੇ ਉਹੀ ਬਿੱਲ ਬਣਾ ਕੇ ਅਸੀਂ ਪਾਰਲੀਮੈਂਟ ਵਿੱਚ ਪੇਸ਼ ਕਰਾਂਗੇ। ਜਦੋਂ ਸਤੰਬਰ 'ਚ ਇਹਨਾਂ ਨੇ ਬਿੱਲ ਪਾਰਲੀਮੈਂਟ 'ਚ ਪੇਸ਼ ਕਰ ਦਿੱਤਾ, ਸਾਨੂੰ ਪੁੱਛਿਆ ਨਹੀਂ, ਸਾਡੀ ਪਿੱਠ 'ਚ ਛੁਰਾ ਮਾਰਿਆ, ਉਦੋਂ ਅਸੀਂ ਫਿਰ ਪੰਜਾਬ ਦੀ ਖਾਤਰ, ਅਸੀਂ ਕਿਸਾਨਾਂ ਦੀ ਖਾਤਰ
ਅਸੀਂ ਫਿਰ ਪਾਰਲੀਮੈਂਟ ਦੇ ਅੰਦਰ ਸਟੈਂਡ ਵੀ ਲਿਆ, ਅਸੀਂ ਰਿਸ਼ਤਾ ਵੀ ਛੱਡਿਆ 23 ਸਾਲ ਪੁਰਾਣਾ, ਅਸੀਂ ਮਿਨਿਸਟਰੀ ਵੀ ਛੱਡੀ ਤੇ ਅਸੀਂ ਪਾਰਲੀਮੈਂਟ ਦੇ ਅੰਦਰ ਉਸ ਬਿੱਲ ਦੇ ਖਿਲਾਫ ਵੋਟ ਵੀ ਪਾਈ ਤੇ ਕਾਂਗਰਸ ਦੇ 57 ਕੇ 55 ਐਮਪੀ ਆ। ਰਾਹੁਲ ਗਾਂਧੀ ਜੀ ਛੁੱਟੀਆਂ ਤੇ ਗਏ ਹੋਏ ਸੀ, ਕੋਈ ਵਿਪ ਜਾਰੀ ਨਹੀਂ ਕੀਤਾ ਕਾਂਗਰਸ ਨੇ, ਔਰ ਅੱਧੇ ਪਚੱਧੇ ਬਾਹਰ ਦੌੜ ਗਏ ਹੱਸਦੇ। ਅਸੀਂ ਤਾਂ ਸਟੈਂਡ ਆਪਣਾ ਸੱਚ ਕਹਿ ਰਹੇ ਗਰੇਵਾਲ ਸਾਹਿਬ, ਅਸੀਂ ਤਾਂ ਸਟੈਂਡ ਆਪਣਾ ਕਲੀਅਰ ਕੀਤਾ। ਮੈਂ ਦੱਸਦਾ, ਜਿਹੜੇ ਮਿਸਟਰ ਦਾਂਡਵੇ ਆ ਉਹਨਾਂ ਦੇ ਮਿਨਿਸਟਰ ਐਗਰੀਕਲਚਰ ਦੇ, ਉਹਨਾਂ ਨੇ ਪਾਰਲੀਮੈਂਟ ਚ ਕਿਹਾ ਸੀ, ਇਹ ਪਾਰਲੀਮੈਂਟ ਦਾ ਹਿੱਸਾ ਹੈ ਗੱਲ, ਉਹਨਾਂ ਨੇ ਕਿਹਾ चीफ मिनिस्टर पंजाब भी उस कमेटी का हिस्सा सी, ये मान के गए हैं वहां पे। मैं इस गल का जवाब मैंने विजय पाल की गल कंप्लीट कांग्रेस का नुमाइंदे है नहीं, मैं उन्हां दा जवाब दस देना ना, तुसी तो हो ना दोनों चीज़ां ते मैं उन्हां दा मैनू एक कंप्लीट करन। देखो दांडवे जी ਜਿਹੜੇ ਕੈਬਨਿਟ ਦੇ ਮਿਨਿਸਟਰ ਆ ਕੇਂਦਰ ਦੇ, ਉਹਨਾਂ ਨੇ ਪਾਰਲੀਮੈਂਟ ਦੇ ਫਲੋਰ ਤੇ ਇਹ ਗੱਲ ਕਹੀ ਸੀ ਕਿ ਚੀਫ ਮਿਨਿਸਟਰ ਪੰਜਾਬ ਸਹਿਮਤ ਨੇ ਇਸ ਬਿੱਲ ਦੇ ਨਾਲ, ਔਰ ਕਹਿੰਦਾ ਜੇ ਮੈਂ ਗਲਤ ਕਹਿ ਰਹਾ ਹੂੰ ਤਾਂ ਮੇਰੇ ਉੱਪਰ ਪ੍ਰਿਵਿਲੇਜ ਮੋਸ਼ਨ ਚਲਾ ਸਕਦੇ हैं। ਔਰ ਅਸੀਂ ਵੀ ਡਿਮਾਂਡ ਕੀਤੀ ਸੀ ਤੁਹਾਡੇ ਚੈਨਲ ਦੇ ਵੀ ਜੇ ਸੀਐਮ ਨੇ ਪ੍ਰਵਾਨਗੀ ਨਹੀਂ ਦਿੱਤੀ, ਇਸ ਬਿੱਲ ਦੀ ਸਹਿਮਤੀ ਨਹੀਂ ਦਿੱਤੀ, ਤਾਂ ਫਿਰ ਕਿਉਂ ਉਸ ਮਿਨਿਸਟਰ ਦੇ ਖਿਲਾਫ ਇਹੀ ਗੱਲ ਕਰ ਰਿਹਾ ਸੀ ਵੀ ਕਿਉਂ ਪ੍ਰਿਵਿਲੇਜ ਮੋਸ਼ਨ ਨਹੀਂ ਲੈ ਕੇ ਆਇਆ ਸੀ? ਇਹ ਸ਼ਾਮਲ ਸੀ ਕਾਂਗਰਸ ਵਾਲੇ ਵਿੱਚ, ਇਹ ਸਵਾਲ ਪੁੱਛਿਆ ਗਿਆ ਸੀ। ਦੂਜੀ ਗੱਲ ਆਉਂਦੀ ਬੜੀ ਚਿੱਠੀ ਦੀ, ਉਹਨਾਂ ਨੇ ਕਿਹਾ ਵੀ ਜਦੋਂ ਇਹ ਮੀਟਿੰਗਾਂ ਹੋਈਆਂ ਸੀ ਉੱਥੇ ਫੈਸਲੇ ਬਹੁਤ ਸੰਮਤੀ ਨਾਲ ਹੁੰਦੇ ਆ, ਅਸੀਂ ਆਪਣਾ ਵਿਰੋਧ ਦਰਜ ਕਰਵਾਇਆ ਸੀ ਪਰ ਕਿਸੇ ਨੇ ਸੁਣਿਆ ਨਹੀਂ, ਅਸੀਂ ਇਸ ਕਰਕੇ ਉਸ ਦੇ ਵਿੱਚ ਸਹਿਮਤੀ ਤੁਸੀਂ ਸਾਨੂੰ ਕਿਵੇਂ ਕਹਿ ਸਕਦੇ ਹੋ ਉੱਥੇ ਫੈਸਲੇ ਬਹੁਤ ਸੰਮਤੀ ਨਾਲ ਕਾਂਗਰਸ ਦਾ ਜਵਾਬ ਹੈ। ਮੈਂ ਤੁਹਾਨੂੰ ਸਿਰਫ ਜਵਾਬ ਦੱਸ ਰਿਹਾ ਕਿਉਂਕਿ ਜਾਂ ਤਾਂ ਉਹ ਆਪ ਦੱਸਦੇ ਜੋ ਹੈ ਨਹੀਂ ਤਾਂ ਜੋ ਉਹਨਾਂ ਨੇ ਜਵਾਬ ਦਿੱਤਾ, ਮੈਂ ਆਪਣਾ ਜਵਾਬ ਵੀ ਦੇਵਾਂ। ਇਹ ਕਾਂਗਰਸ ਦਾ ਜਵਾਬ ਹੈ ਵੀ ਉੱਥੇ ਫੈਸਲੇ ਬਹੁਤ ਸੰਮਤੀ ਨਾਲ ਹੁੰਦੇ ਆ ਤੇ ਜਿਸ ਸਰਕਾਰ 'ਚ ਸਾਡੇ ਇੱਕੋ ਵਜ਼ੀਰ ਸੀ, ਬਾਰ-ਬਾਰ ਇਹ ਕਹਿੰਦੇ ਆ ਸਾਈਨ ਕਰਕੇ ਆਏ, ਸਾਈਨ ਕਰਕੇ ਆਏ। ਮੈਂ ਅੱਜ ਵੀ ਚੈਲੰਜ ਕਰਦਾ, ਬੀਬਾ ਹਰਸਿਮਰਤ ਕੌਰ ਨੇ ਬਾਰ-ਬਾਰ ਕਿਹਾ ਵੀ ਮੈਂ ਚੈਲੰਜ ਕਰਦੀ ਆ, ਚੁਣੌਤੀ ਦਿੰਦੀ ਆ ਵਿਰੋਧੀਆਂ ਨੂੰ ਕਿ ਜੇ ਤੁਸੀਂ ਸਾਈਨ ਕਰਨ ਦੀ ਗੱਲ ਕਰਦੇ ਲਿਆਓ, ਉਹ ਚਿੱਠੀ ਲੈ ਆਓ, ਪੇਸ਼ ਕਰ ਦਿਓ, ਬੀਜੇਪੀ ਵਾਲੇ ਵੀ ਪੇਸ਼ ਕਰ ਦੇਣ ਕਿਉਂਕਿ ਗਰੇਵਾਲ ਸਾਹਿਬ ਚਲੋ ਠੀਕ ਹੈ, ਥੋੜੀ ਗੱਲ ਆਮ ਆਦਮੀ ਪਾਰਟੀ ਇਹ ਵੀ ਪੇਸ਼ ਕਰ ਦੇਣ। ਇਹ ਸਿਰਫ ਝੂਠ ਬੋਲ, ਡਰ ਇਹਨਾਂ ਦੋਨਾਂ ਨੂੰ ਬਲਕਿ ਕਾਂਗਰਸ ਨੂੰ ਵੀ ਇਸ ਵੇਲੇ ਡਰ ਪਤਾ ਕਿਹਦੇ ਕੋਲ ਲੱਗ ਰਿਹਾ? ਅਕਾਲੀ ਦਲ ਤੋਂ। ਹੋਰ ਕੁਝ ਨਹੀਂ, ਇਹਨਾਂ ਦੇ ਅੰਦਰ ਦਾ ਡਰ ਆ ਜੀ। ਗਰੇਵਾਲ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ ਜੀ? ਇਹਦੇ ਤੇ 8 ਚੀਫ ਮਿਨਿਸਟਰਾਂ ਦੀ ਇੱਕ ਕਮੇਟੀ ਬਣੀ ਸੀ ਇਹਨਾਂ ਬਿੱਲਾਂ ਤੇ। ਇਹ ਉਦੋਂ ਤੋਂ ਚੱਲ ਰਿਹਾ ਜਦੋਂ ਸਰਦਾਰ ਮਨਮੋਹਨ ਸਿੰਘ ਦੀ ਯੂਪੀ ਦੀ ਸਰਕਾਰ ਸੀ ਜੀ। ਉਹਦੇ 'ਚ 8 ਚੀਫ ਮਿਨਿਸਟਰਾਂ 'ਚ 2 ਚੀਫ ਮਿਨਿਸਟਰ ਜਿਹੜੇ ਸੀ ਕਮਲਨਾਥ ਜੀ ਔਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸੀ। ਠੀਕ ਹੈ, ਇਹਨਾਂ ਨੇ ਜੇ ਡਾਇਸਨ ਨੋਟ ਕੋਈ ਦਿੱਤਾ ਹੋਇਆ ਤਾਂ ਦਿਖਾ ਦੇਣ ਕੱਢ ਕੇ ਲੈ ਲੈਣ। ਔਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਹ ਤਾਂ ਕਹਿੰਦੇ ਆ ਕਿ ਬੀਬਾ ਹਰਸਿਮਰਤ ਨੇ ਵਿਰੋਧ ਕੀਤਾ, ਉਸਨੇ ਜਦੋਂ ਇਹ ਆਰਡੀਨੈਂਸ ਆਏ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਜੇ ਤੁਹਾਡੇ ਕੋਲ ਹੋਣਗੇ ਇਹਨਾਂ ਦੀਆਂ ਬਾਈਟਸ ਟੀਵੀ ਦੇ ਉੱਪਰ, ਔਰ ਬੀਬਾ ਹਰਸਿਮਰਤ ਦੀ ਵੀ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵੀ, ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਘੱਟ ਬੋਲਦੇ ਆ ਵੈਸੇ ਪਰ ਉਹਨਾਂ ਨੇ ਉਸ ਵੇਲੇ ਇਹਨਾਂ ਕਾਨੂੰਨਾਂ ਦੇ ਸਾਰਿਆਂ ਨੇ ਫਾਇਦੇ ਗਿਣਾਏ ਨੇ। ਸਾਨੂੰ ਤਾਂ ਉਦੋਂ ਤੱਕ ਕੁਝ ਨਹੀਂ ਸੀ ਪਤਾ, ਅਸੀਂ ਕਿਤੇ ਨਹੀਂ ਸੀ ਆਉਂਦੇ ਕਿਉਂਕਿ ਅਕਾਲੀ ਦਲ ਕੋਲ ਕਮਾਨ ਸੀ, ਇਹਨਾਂ ਨੇ ਸੰਭਾਲ ਰੱਖੀ ਸੀ ਪੰਜਾਬ 'ਚ। ਤੇ ਇਹ ਤਾਂ ਜਦੋਂ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਸਾਨੂੰ ਅੱਗੇ ਆ ਕੇ ਗੱਲਬਾਤ ਕਰਨੀ ਪਈ ਆ, ਨਹੀਂ ਪਹਿਲਾਂ ਤਾਂ ਇਹੀ ਕਰਦੇ ਸੀਗੇ। ਔਰ ਬਿੱਲ ਆਉਣ ਤੱਕ ਜਦੋਂ ਇਹ ਬਿੱਲ ਬਣ ਕੇ ਆਇਆ, ਆਰਡੀਨੈਂਸ ਤਾਂ ਪਹਿਲਾਂ ਆ ਗਏ ਸੀ, ਉਹਨਾਂ ਦਾ ਸਮਰਥਨ ਕਰਦੇ ਰਹੇ ਨੇ। ਇਹ ਤੁਹਾਨੂੰ ਵੀ ਪਤਾ ਹੀ ਹੈ, ਕੋਈ ਮੈਂ ਝੂਠ ਨਹੀਂ ਕਹਿ ਰਿਹਾ, ਸਾਰੀ ਪਬਲਿਕ ਜਾਣਦੀ ਹੈ। ਇਹ ਔਨ ਰਿਕਾਰਡ ਨੇ, ਉਹ ਤਾਂ ਚੀਜ਼ ਔਨ ਰਿਕਾਰਡ ਨੇ। ਇਸ ਕਰਕੇ ਇਹਦੇ 'ਚ ਅਸੀਂ ਕਿਸੇ ਨੂੰ ਆਰਡੀਨੈਂਸ ਕਾਨੂੰਨ ਨਹੀਂ ਹੁੰਦਾ। ਅਸੀਂ ਆਰਡੀਨੈਂਸ ਤੱਕ ਦੇਖੋ, ਆਰਡੀਨੈਂਸ ਤੱਕ ਅਸੀਂ ਬੀਜੇਪੀ ਨੂੰ ਅੰਦਰੋਂ ਕਹਿੰਦੇ ਰਹੇ ਕਿ ਪੰਜਾਬ ਦੇ ਅੰਦਰ ਵਿਰੋਧ ਆ। ਬੀਜੇਪੀ ਸਾਨੂੰ ਕਹਿੰਦੀ ਰਹੀ ਠੀਕ ਹੈ, ਜਦੋਂ ਪਾਰਲੀਮੈਂਟ ਵਿੱਚ ਬਿੱਲ ਆਏਗਾ ਅਸੀਂ ਜਿੱਦਾਂ ਕਿਸਾਨ ਕਹਿਣਗੇ, ਜਿੱਦਾਂ ਅਕਾਲੀ ਦਲ ਕਹੂਗਾ ਅਸੀਂ ਕਰ ਲਾਂਗੇ। ਨਹੀਂ ਕੀਤਾ, ਛੱਡ ਕੇ ਬਾਹਰ ਆ ਗਏ। ਪੰਜਾਬ ਦੇ ਲੋਕਾਂ ਨੂੰ ਉਹਨਾਂ ਮੇਰੀ ਗੱਲ ਅਰੋੜੀ ਸਾਹਿਬ ਇੱਕ ਮਿੰਟ, ਮੈਂ ਇੱਕ ਚੀਜ਼ ਇਹਨਾਂ ਨੂੰ ਕਹਿਣਾ, ਨਹੀਂ ਇਹ ਕਹਿੰਦੇ ਰਹੇ ਕਿ ਅਸੀਂ ਸੁਧਾਰ ਕਰ ਲਾਂਗੇ, ਵੀ ਬੀਜੇਪੀ ਕਹਿੰਦੀ ਰਹੀ। ਹੁਣ ਸਾਡੇ ਕੋਲ ਸੁਧਾਰ ਕਰਵਾ ਲਓ, ਫਿਰ ਕਰਵਾ ਦਿਓ ਖਤਮ। ਹੁਣ ਕਿਉਂ ਕਹਿੰਦੇ ਕਾਲੇ ਕਾਨੂੰਨ ਰੱਦ ਕਰੋ? ਕਾਨੂੰਨ ਤਾਂ ਵਧੀਆ ਸੀ, ਇਹਦਾ ਮਤਲਬ। ਤੇ ਇਹ ਤਾਂ ਅਕਾਲੀ ਦਲ ਦੀ ਜ਼ਬਾਨੀ ਹੈ ਨਾ, ਮੈਂ ਤਾਂ ਨਹੀਂ ਕਹਿ ਰਿਹਾ ਕੁਝ। ਤੁਸੀਂ ਕਿਸਾਨਾਂ ਦੇ ਪੁੱਛੇ ਬਗੈਰ ਬਿੱਲ ਹੈ ਹੁਣ ਤੁਸੀਂ ਕਹਿੰਦੇ ਸੁਧਾਰ ਕਰਾ ਲਓ, ਹੁਣ ਤਾਂ ਤੁਸੀਂ ਕਹਿੰਦੇ ਵੀ ਸਾਰਾ ਕੁਝ ਹੀ ਬਦਲਿਓ, ਬਸ ਪੇਟੀ ਰਹਿਣ ਦਿਓ ਸਾਡੀ। ਹੁਣ ਗੱਲ ਦੇਰ ਹੋ ਗਈ ਹੈ। ਗਰੇਵਾਲ ਦੇਖੋ, ਪੰਜਾਬ ਦੇ ਲੋਕ ਇਹ ਗੱਲ ਮੰਨਣ ਲਈ ਤਿਆਰ ਨਹੀਂ ਨੇ ਕਿ ਇਹ ਬਿਨਾਂ ਪੁੱਛੇ ਆਏ ਨੇ। ਜਿੰਨਾ ਕੁ ਅਸੀਂ ਸਮਝਦੇ ਹਾਂ ਕਿ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੈਂਬਰ ਪਾਰਲੀਮੈਂਟ ਤੇ ਸਰਕਾਰ ਵੱਲੋਂ ਕੈਬਨਿਟ ਮਿਨਿਸਟਰ ਬਣੇ ਆ। ਅੱਜ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਇਹਨਾਂ ਲੀਡਰਾਂ ਨੇ ਹੀ ਕਰਨੀ ਸੀ, ਔਰ ਉਹ ਤਾਂ ਉਹਨਾਂ ਨੇ ਤਾਂ ਹਾਂ 'ਚ ਹਾਂ ਮਿਲਾਈ ਆ। ਹਾਂ 'ਚ ਹਾਂ ਮਿਲਾ ਕੇ ਜਦੋਂ ਵੱਡੇ ਬਾਦਲ ਸਾਹਿਬ ਨੇ ਫਾਇਦੇ ਗਿਣਾਤੇ ਆ, ਤਾਂ ਹੁਣ ਅਸੀਂ ਚਾਹੁੰਦੇ ਹਾਂ ਕਿ ਉਹ ਨੁਕਸਾਨ ਵੀ ਗਿਣਾ ਦੇਣ। ਹੁਣ ਇੱਕ ਵਾਰ ਵੱਡੇ ਬਾਦਲ ਸਾਹਿਬ ਦੀ ਸ਼ਾਇਦ ਮੋਦੀ ਸਾਹਿਬ ਮੰਨੇ ਲੈਣ
ਵੱਡੇ ਬਾਦਲ ਸਾਹਿਬ ਨੇ ਪਹਿਲਾਂ ਵੀਡੀਓ ਬਣਾ ਕੇ ਜਿੱਥੇ ਗੁਣਗਾਨ ਕੀਤਾ ਹੈ, ਇੱਕ ਵਾਰ ਨਿਖੇਧੀ ਵੀ ਕਰ ਦੇਣ। ਮੈਨੂੰ ਤਾਂ ਪੂਰਨ ਆਸ ਹੈ ਜੇਕਰ ਵੱਡੇ ਬਾਦਲ ਸਾਹਿਬ ਕਹਿ ਦੇਣਗੇ ਤਾਂ ਮੋਦੀ ਸਾਹਿਬ ਸ਼ਾਇਦ ਮੰਨ ਵੀ ਲੈਣ। ਬਾਕੀ ਗਰੇਵਾਲ ਸਾਹਿਬ ਦੱਸ ਸਕਦੇ ਕਿ ਮੰਨੂਗੇ ਕਿ ਨਹੀਂ ਮੰਨੂਗੇ ਜੇ ਕਹਿ ਦੇਣ। ਕਿਉਂ ਜੀ? ਉਹ ਤਾਂ ਦੇਖੋ ਇਹਨਾਂ ਦੋਨਾਂ ਨੂੰ ਪਤਾ ਹੋ ਗਿਆ ਜੀ ਆਪਸ 'ਚ ਕੀ ਗਿੱਟ ਮਿੱਟ ਹੈ। ਨਹੀਂ ਗੇਟਮੇਟ ਨਹੀਂ, ਤੁਸੀਂ ਦੱਸੋ ਅੱਜ ਕੱਲ ਦੂਜੀਆਂ ਪਾਰਟੀਆਂ ਬਾਰੇ ਜ਼ਿਆਦਾ ਪਤਾ ਹੁੰਦਾ ਹੈ। ਜਿਹੜੀ ਆਪਾਂ ਆਪਣੀ ਪਾਰਟੀ ਬਾਰੇ ਘੱਟ ਧਿਆਨ ਹੁੰਦਾ, ਦੂਜੀਆਂ ਬਾਰੇ ਜ਼ਿਆਦਾ ਪਤਾ ਹੁੰਦਾ ਹੈ। ਇਹ ਪੰਜਾਬ ਦੇ ਵਿੱਚ ਬੜੇ ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ। ਵਿਜੇਪਾਲ ਜੀ, ਇਹ 'ਚ ਕੋਈ ਅਤਕਥਨੀ ਨਹੀਂ ਹੈ। ਇਹ ਵੱਡੇ ਬਾਦਲ ਸਾਹਿਬ ਦੀ ਗੱਲ ਜਿਹੜੇ ਆ ਮੋਦੀ ਸਾਹਿਬ ਨਹੀਂ ਟਾਲ। ਚਲੋ ਮੈਂ ਤੁਹਾਨੂੰ ਇਹ ਗੱਲਾਂ ਆਪਾਂ ਨੂੰ ਚੱਲਦੀਆਂ ਰਹਿਣਗੀਆਂ, ਅਗਲੇ ਦਿਨਾਂ ਦੇ ਵਿੱਚ ਵੀ ਬਹੁਤ ਡਿਬੇਟ ਹੋਣੀ ਹੈ। ਅਖੀਰ ਤੇ ਮੈਂ ਇੱਕ ਕਮੈਂਟ ਲੈਣਾ ਵੀ ਇਹਨਾਂ ਚੀਜ਼ਾਂ ਦਾ ਕਿੰਨਾ ਕੁ ਅਸਰ ਤੁਸੀਂ 2022 ਦੇ ਇਲੈਕਸ਼ਨ ਤੇ ਦੇਖਦੇ ਹੋ, ਜਿੰਨਾ ਵੀ ਘਟਨਾਕ੍ਰਮ ਦਾ ਆਪਾਂ ਜ਼ਿਕਰ ਕਰ ਰਹੇ ਹਾਂ? ਦੇਖੋ, ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ ਔਰ ਲੋਕਾਂ ਦੇ ਵਿੱਚ ਗਏ ਆ, ਲੋਕਾਂ ਦੀ ਨਬਜ਼ ਦੇਖੀ ਆ, ਲੋਕਾਂ ਦੇ ਜਿਹੜੇ ਆ ਚਿਹਰੇ ਪੜੇ ਆ। ਉਹ ਕਹਿ ਰਹੇ ਆ ਕਿ ਸਾਨੂੰ ਜਿਹੜੇ ਆ ਪੰਜਾਬ ਦੇ ਅੱਜ ਹੋ ਕੀ ਰਿਹਾ ਕਿ ਜਿੰਨੇ ਵੀ ਕਾਂਗਰਸ ਦੇ ਲੀਡਰ ਨੇ ਉਹ ਅਕਾਲੀ ਦਲ ਤੇ ਦੂਸ਼ਣਬਾਜ਼ੀ ਕਰ ਰਹੇ ਆ ਔਰ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਕਾਂਗਰਸ ਤੇ ਦੂਸ਼ਣਬਾਜ਼ੀ ਕਰ ਰਹੇ ਆ। ਪਰ ਉਸ ਦੂਸ਼ਣਬਾਜ਼ੀ ਦੇ ਵਿੱਚੋਂ ਪੰਜਾਬ ਦੇ ਲੋਕਾਂ ਦਾ ਕੀ ਲਾਭ ਹੋ ਰਿਹਾ? ਵਿਅਕਤੀਗਤ ਵਿਸ਼ੇਸ਼ ਨੂੰ ਟਾਰਗੇਟ ਕਰਕੇ ਇੱਕ ਦੂਸਰੇ ਨੂੰ ਉਹਦੇ ਪਰਿਵਾਰ ਬਾਰੇ, ਉਹਦੇ ਵਿਅਕਤੀਗਤ ਜੀਵਨ ਬਾਰੇ, ਉਹਦੇ ਰਿਸ਼ਤਿਆਂ ਬਾਰੇ ਬੋਲਣ ਨਾਲ ਮੈਂ ਨਹੀਂ ਸਮਝਦਾ ਕਿ ਜਿਹੜਾ ਹਸਪਤਾਲ ਦੇ ਵਿੱਚ ਕੋਈ ਮਰੀਜ਼ ਪਿਆ ਉਹਦਾ ਇਲਾਜ ਹੋ ਸਕਦਾ। ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਹੈ ਉਹਨੂੰ ਜਿਹੜੀ ਪੜ੍ਹਾਈ ਮਿਲ ਸਕਦੀ ਹੈ। ਕੋਈ ਜਿਹੜਾ ਪੜ੍ਹਿਆ ਲਿਖਿਆ ਬੱਚਾ ਨੌਜਵਾਨ ਘਰੇ ਬੇਰੁਜ਼ਗਾਰ ਬੈਠਾ ਹੈ ਉਹਨੂੰ ਨੌਕਰੀ ਮਿਲ ਸਕਦੀ ਹੈ। ਕਰੋਨਾ ਕਾਲ ਦੇ ਵਿੱਚ 2 ਸਾਲ ਲਗਭਗ ਲੋਕਾਂ ਦੇ ਰੁਜ਼ਗਾਰ ਬੰਦ ਰਹੇ ਆ। ਬੰਦ ਦੁਕਾਨਾਂ ਦੇ ਐਵਰੇਜ ਬਿੱਲ ਸਰਕਾਰ ਭੇਜਦੀ ਰਹੀ ਹੈ। ਮੈਂ ਨਹੀਂ ਸਮਝਦਾ ਕਿ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਕੇ, ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਹੋ ਸਕਦਾ। ਭਲਾ ਹੋ ਸਕਦਾ ਇੱਕ ਸਾਫ਼ ਸੁਥਰੀ, ਇੱਕ ਇਮਾਨਦਾਰ ਸਰਕਾਰ ਨੂੰ ਚੁਣ ਕੇ। ਔਰ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਮੈਂ ਨਹੀਂ ਕਹਿੰਦਾ ਕਿ ਝਾੜੂ ਨੂੰ ਵੋਟ ਪਾਓ। ਮੈਂ ਤਾਂ ਇਹ ਕਹਾਂਗਾ ਕਿ ਜੋ ਤੁਹਾਨੂੰ ਚੰਗਾ ਲੱਗਦਾ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਹੈ, ਜੋ ਕਹਿਣਗੇ ਉਹ ਕਰਨਗੇ, ਜੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਹਨਾਂ ਦਾ ਕਹਿਣੀ ਤੇ ਕਥਨੀ ਵਿੱਚ ਕੋਈ ਫਰਕ ਨਹੀਂ, ਤਾਂ ਇੱਕ ਵਾਰ ਜਿਹੜਾ ਮੌਕਾ ਜ਼ਰੂਰ ਦੇਣਾ ਚਾਹੀਦਾ। ਜਿਹੜੀ ਇਹ ਰਵਾਇਤੀ ਪਾਰਟੀਆਂ ਇੱਕ ਵਾਰ ਬਦਲ ਲੈਣਾ ਚਾਹੀਦਾ। ਤੁਸੀਂ ਵੀ ਰਵਾਇਤੀ ਪਾਰਟੀ ਚਾਹੁੰਦੇ ਹੋ? ਅਸੀਂ ਦੇਖੋ, ਇਹ ਕੁਝ ਵੀ ਕਹਿੰਦੇ ਰਹਿਣ, ਅਸੀਂ ਜਿਹੜਾ ਵੀ ਪੰਜਾਬ ਦੇ ਮੁੱਦੇ ਨੇ ਅੱਜ ਜਿਨ੍ਹਾਂ ਦਾ ਇਨਸਾਫ ਕਾਂਗਰਸ ਨਹੀਂ ਦੇ ਸਕੀ ਤੇ ਸਾਡੀ ਪਿਛਲੀ ਸਰਕਾਰ 'ਚ ਵੀ ਨਹੀਂ ਹੋਇਆ ਸੀ, ਜਿਹਦੇ 'ਚ ਅਕਾਲੀ ਭਾਜਪਾ ਸੀ, ਅਸੀਂ ਕਰਕੇ ਦਿਖਾਇਆ। ਜੇ 84 ਦੇ ਨਸਲਕੁਸ਼ੀ ਦਾ ਇਨਸਾਫ ਨਹੀਂ ਸੀ ਮਿਲਿਆ ਤਾਂ ਮੋਦੀ ਜੀ ਨੇ ਆਉਂਦੇ ਹੀ ਉਹ ਕੇਸ ਬੰਦ ਹੋਏ ਦੁਬਾਰਾ ਚਾਲੂ ਕਰਾ ਕੇ ਅੱਜ ਜੇਲ੍ਹ 'ਚ ਬੈਠੇ ਨੇ ਲੋਕ, ਨਹੀਂ ਤਾਂ ਬਿਲਕੁਲ ਨਹੀਂ ਸੀ ਮਿਲਿਆ। ਅੱਗੇ ਵੀ ਹੋਰ ਵੀ ਮਿਲ ਜਾਏਗਾ। ਔਰ ਇਹ ਜੇ ਇਨਸਾਫ ਚਾਹੁੰਦੇ ਆ ਗੁਰੂ ਦੀਆਂ ਬੇਅਦਬੀਆਂ ਦਾ, ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਸਕਦੀ ਆ ਔਰ ਬਿਲਕੁਲ ਸਹੀ ਹੋਏਗਾ। ਔਰ ਜਿਹੜੇ ਅਸਲ ਦੋਸ਼ੀ ਨੇ ਉਹੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ। ਇਹ ਤਾਂ ਆਪਸ 'ਚ ਗੱਲਾਂ ਕਰੀ ਜਾਂਦੇ ਨੇ, ਉੱਥੇ ਤੱਕ ਕੋਈ ਨਾ ਪਹੁੰਚਦਾ ਨਾ ਕੋਈ ਗੱਲ ਕਰਦਾ ਔਰ ਆਪਸ 'ਚ ਇੱਕ ਦੂਜੇ ਨਹੀਂ। ਪਰ ਤੁਹਾਨੂੰ ਨਹੀਂ ਲੱਗਦਾ ਵੀ ਜਿੰਨਾ ਚਿਰ ਕਿਸਾਨ ਅੰਦੋਲਨ ਵਾਲਾ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਬੀਜੇਪੀ ਲਈ ਘੱਟੋ ਘੱਟ ਪੰਜਾਬ ਦੀ ਰਾਹ ਤਾਂ ਸੌਖੀ ਨਹੀਂ ਹੈ? ਦੇਖੋ, ਗੱਲ ਇਹ ਹੈ ਕਿ ਲੋਕਾਂ ਨੇ ਸਭ ਸਮਝ ਜਾਣਾ, ਪਬਲਿਕ ਨੂੰ ਸਭ ਪਤਾ। ਅਸੀਂ ਕੋਈ ਕਾਨੂੰਨ ਗਲਤ ਨਹੀਂ ਬਣਾਏ। ਮੈਂ ਹੁਣ ਕਹਿਣਾ ਸਾਡੇ ਕਾਨੂੰਨ ਅੱਛੇ ਨੇ ਤੇ ਤਰਕ ਸੰਗਤ ਗੱਲਾਂ ਜਿਹੜੀਆਂ ਨੇ ਉਹ ਸਾਰੀਆਂ ਕਿਸਾਨ ਦੀਆਂ ਮੰਨਣ ਨੂੰ ਸਰਕਾਰ ਸਾਡੀ ਤਿਆਰ ਹੈ। ਸਾਡੀ ਸਰਕਾਰ ਵੀ ਕਿਸਾਨ ਹਿੱਤੂ ਆ। ਕੋਈ ਵੀ ਸਰਕਾਰ ਇਸ ਦੇਸ਼ ਸਰਕਾਰ ਕਿਸਾਨਾਂ ਨਾਲ ਗੱਲ ਤਾਂ ਕਰੇ ਨਾ। ਨਹੀਂ, ਗੱਲ ਕਿਉਂ ਨਹੀਂ ਕਰਦੇ? ਤੁਸੀਂ ਦੇਖੋ ਤਾਂ ਸਹੀ, 11 ਵਾਰ ਗੱਲ ਹੋ ਲਈ, 50-50 60 ਉਸ ਤੋਂ ਬਾਅਦ ਤਾਂ ਹੁਣ ਗੱਲ ਅੜੀ ਤੇ ਫਸੀ ਹੋਈ ਹੈ ਵੀ ਇਹ ਮੀਟਿੰਗ ਨਹੀਂ ਹੋਈ, ਬੁਲਾਇਆ। ਦੇਖੋ ਵਿਜੇਪਾਲ ਜੀ, ਜੇ ਕਦੇ ਪੰਚਾਇਤ ਕਰਦੇ ਆ ਨਾ, ਉਹਦੇ 'ਚ ਮੈਂ ਤਾਂ ਇਹ ਕਹਿਣਾ ਕਿ ਨਾ ਸਰਕਾਰ ਦੀ ਜਿੱਦ ਹੋਵੇ ਨਾ ਕਿਸਾਨ ਦੀ ਹੋਵੇ, ਦੋਨੋਂ ਬੈਠਣ, ਜੋ ਕਿਸਾਨ ਹਿੱਤ ਦੀਆਂ ਗੱਲਾਂ ਨੇ ਮੰਨ ਕੇ। ਤੀਨੂ ਜੀ ਆਖਰੀ ਕਮੈਂਟ। ਦੇਖੋ ਵਿਜੇਪਾਲ ਜੀ, ਪੰਜਾਬ 'ਚ ਇਸ ਵੇਲੇ ਬਹੁਤ ਵੱਡੇ ਇਸ਼ੂਜ਼ ਆ ਜਿਹਦੇ ਵਿੱਚ ਬੇਅਦਬੀਆਂ ਵੀ ਆ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ, ਉਹਨਾਂ ਪਾਪੀਆਂ ਨੂੰ ਨਹੀਂ ਛੱਡਣਾ ਚਾਹੀਦਾ। ਪੰਜਾਬ 'ਚ ਅਨਇੰਪਲੋਇਮੈਂਟ ਦਾ ਬਹੁਤ ਵੱਡਾ ਮੁੱਦਾ ਆ। 7.5% ਅਨਇੰਪਲੋਇਮੈਂਟ ਦਾ ਜਿਹੜਾ ਡਾਟਾ ਆਪਣੇ ਕੋਲ ਆਇਆ, ਜਿਹੜਾ ਸਭ ਤੋਂ ਜ਼ਿਆਦਾ ਸਾਰੀਆਂ ਸਟੇਟਾਂ। ਇੱਥੇ ਕਰਪਸ਼ਨ ਬਹੁਤ ਵੱਡੇ ਪੱਧਰ ਤੇ ਹੋ ਗਈ ਆ। ਕਿੰਨੇ ਘਪਲੇ ਹੋਏ ਆ? ਰਾਸ਼ਨ ਦਾ ਘਪਲਾ, ਜਿਹੜਾ ਕੇਂਦਰ ਦਾ ਰਾਸ਼ਨ ਆਇਆ ਸੀ, ਸਕਾਲਰਸ਼ਿਪ ਦਾ ਘਪਲਾ, ਟਰਾਂਸਪੋਰਟ ਦਾ ਘਪਲਾ, ਸਕੈਂਡਲ ਹੋਇਆ, ਵੈਕਸੀਨ ਦਾ ਘਪਲਾ। ਪਿਛਲੇ 4 ਸਾਲਾਂ 'ਚ ਨਹੀਂ ਹੋਏ, ਇਹ ਲੰਮੇ ਸਮੇਂ ਤੋਂ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਚੱਲੀਆਂ ਆ ਰਹੀਆਂ ਨੇ ਔਰ ਹਰ ਕੋਈ ਇਹਦਾ ਹੱਲ ਭਾਲਦਾ ਹੈ। ਨਹੀਂ, ਇੱਕ ਮਿੰਟ, ਕੀ ਜਿਹੜਾ ਰਾਸ਼ਨ ਆਇਆ ਪੈਂਡੈਮਿਕ 'ਚ, ਜਿਹੜਾ ਨਹੀਂ, ਮੈਂ ਘਪਲਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਤੁਸੀਂ ਬੇਰੁਜ਼ਗਾਰੀ ਦਾ ਜ਼ਿਕਰ ਕੀਤਾ। ਕਿਉਂ ਪਰਦਾ ਪਾ ਰਹੇ ਆ ਪਿਛਲੇ 4.5 ਸਾਲ ਦੇ? ਨਹੀਂ, ਉਹ ਤਾਂ ਹੈਗਾ ਹੀ ਹੈ, ਮੈਂ ਨਹੀਂ ਪਰਦਾ ਪਾ ਰਿਹਾ। 4.5 ਸਾਲ ਦਾ ਹਿਸਾਬ ਤਾਂ ਲੋਕਾਂ ਨੇ ਲੈਣਾ ਹੀ ਹੈ। ਜਦੋਂ ਤੁਸੀਂ ਵੀ ਵਿੱਚ ਹੀ ਹੋ, ਆਪਾਂ ਸਾਰੇ ਵਿੱਚ ਹੀ ਆ। 4.5 ਸਾਲ ਦਾ ਹਿਸਾਬ ਤਾਂ ਲੋਕਾਂ ਨੇ ਲੈਣਾ ਹੀ ਹੈ। ਅਨਇੰਪਲੋਇਮੈਂਟ ਦਾ ਮੁੱਦਾ ਆ, ਘਪਲੇ ਆ, ਸ਼ਰੇਆਮ ਹੋ ਰਹੇ ਆ, ਸਕਾਲਰਸ਼ਿਪ ਦਾ ਘਪਲਾ ਆ, ਵੈਕਸੀਨ ਦਾ ਘਪਲਾ ਆ, ਰਾਸ਼ਨ ਦਾ ਘਪਲਾ ਆ। ਜੇ ਤੁਸੀਂ ਕਿਤੇ ਇਹਦੀ ਜਾਂਚ ਹੋ ਜਵੇ, ਚੀਫ ਮਿਨਿਸਟਰ
ਔਰ ਜਿਹੜਾ ਫੂਡ ਸਪਲਾਈ ਮਿਨਿਸਟਰ ਕਦੀ ਨਹੀਂ ਬਚ ਸਕਦਾ, ਵੱਡੇ ਵੱਡੇ ਅਧਿਕਾਰੀ ਨਹੀਂ ਬਚ ਸਕਦੇ। 20 ਕਰੋੜ ਰੁਪਏ ਉਹਨਾਂ ਦੇ ਭਾਂਜੇ ਰਾਸ਼ਨ ਰਫੂ ਚੱਕਰ ਹੋਈ ਜਾਂਦੇ ਲੈ ਕੇ। ਸੋ ਮਸਲੇ ਬੜੇ ਆ, ਕਰਜ਼ਿਆਂ ਦਾ ਮਸਲਾ ਆ, ਡਰੱਗਸ ਆ, ਰੋਜ਼ ਜਿਹੜੇ ਨੌਜਵਾਨ ਬੱਚੇ ਵਿਚਾਰੇ ਮਰ ਰਹੇ ਆ, ਰੋਜ਼ ਕਿਸਾਨ ਸੁਸਾਈਡ ਕਰ ਰਹੇ ਆ। ਮੁੱਦੇ ਇੱਕ ਥੋੜੇ, ਮੁਲਾਜ਼ਮਾਂ ਨੂੰ ਕੀ ਮਿਲਿਆ ਤੁਸੀਂ ਦੱਸੋ? ਪੇ ਕਮਿਸ਼ਨ ਬੱਚੇ ਅਜੇ ਤੱਕ ਨਹੀਂ ਕਦੀ ਇਦਾਂ ਹੋਇਆ ਸੀ, ਇਤਿਹਾਸ 'ਚ ਕਿਤੇ ਵੀ ਨਹੀਂ ਹੋਇਆ ਹੋਣਾ ਵੀ ਪੇ ਕਮਿਸ਼ਨ ਤੁਸੀਂ ਦਿੱਤਾ ਤੇ ਮੁਲਾਜ਼ਮਾਂ ਦੀ ਤਨਖਾਹ ਘਟ ਗਈ। ਆਹ ਹਾਲ ਮੁਲਾਜ਼ਮਾਂ ਨਾਲ ਸੋ ਤੁਹਾਡੇ 100 ਦਿਨ ਦੇ ਦੌਰੇ ਦੇ ਵਿੱਚ ਇਹ ਸਭ ਕੁਝ ਸ਼ਾਮਲ ਰਹੇਗਾ। ਅਸੀਂ 100 ਦਿਨ ਦੇ ਦੌਰੇ 'ਚ ਇੰਨੀ ਹਨੇਰੀ ਆਊਗੀ ਪੰਜਾਬ 'ਚ, ਲੋਕਾਂ ਨੇ ਪਛਾਣ ਲਿਆ ਕਿ ਅਕਾਲੀ ਦਲ ਬੀਐਸਪੀ ਹੀ ਪੰਜਾਬ ਦੇ ਹਿੱਤ ਦੀਆਂ ਪਾਰਟੀਆਂ। ਚਲੋ ਠੀਕ ਹੈ। ਹੁਣ ਮੇਰੇ ਕੋਲ ਸਮਾਂ ਨਹੀਂ ਬਚਿਆ, ਇਸ ਨੂੰ ਵਾਈਂਡ ਅਪ ਕਰਨਾ ਪਏਗਾ ਇਸ ਗੱਲਬਾਤ ਨੂੰ ਸਾਨੂੰ, ਪਰ ਅਗਲੇ ਦਿਨਾਂ ਦੇ ਵਿੱਚ ਇਹ ਚਰਚਾ ਜਿਹੜੀ ਹੈ ਲਗਾਤਾਰ ਚੱਲਦੀ ਰਹੇਗੀ। ਅਖਾੜਾ 2022 ਕਿਸ ਤਰੀਕੇ ਨਾਲ ਭਖਦਾ ਹੈ ਔਰ ਪਾਰਟੀਆਂ ਕਿਹੜਾ ਏਜੰਡਾ ਲੈ ਕੇ ਅੱਗੇ ਵਧਦੀਆਂ ਨੇ। ਲਗਾਤਾਰ ਦਰਸ਼ਕਾਂ ਤੱਕ ਅਸੀਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਜ਼ਰੀਏ ਅਪਡੇਟਸ ਪਹੁੰਚਾਉਂਦੇ ਰਵਾਂਗੇ। ਬਹੁਤ ਬਹੁਤ ਧੰਨਵਾਦ।